ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਲੁਧਿਆਣਾ ਵਿੱਚ ਬਹੁਤ ਹੀ ਦਰਦਨਾਕ ਇੱਕ ਹਾਦਸਾ ਵਾਪਰਿਆ ਤੇ ਇਹ ਲਾਪਰਵਾਹੀ ਦਾ ਨਤੀਜਾ ਹੈ। ਇਸ ਦੀ ਜਾਂਚ ਹੋਵੇਗੀ। ਇਸ ਪਿੱਛੇ ਕੌਣ-ਕੌਣ ਲੋਕ ਹੈ ਜਿਨ੍ਹਾਂ ਕਾਰਨ ਇਹ ਐਡੀ ਵੱਡੀ ਘਟਨਾ ਵਾਪਰੀ ਹੈ। 11 ਮੌਤਾਂ ਹੋਈਆਂ, ਕੁਝ ਲੋਕ ਜ਼ਖਮੀ ਹੈ। ਸਰਕਾਰਾਂ ਨੇ ਮਦਦ ਦਾ ਐਲਾਨ ਕੀਤਾ, ਸੂਬਾ ਸਰਕਾਰ ਨੇ ਵੀ ਕੀਤਾ, ਕੇਂਦਰ ਸਰਕਾਰ ਨੇ ਵੀ ਕੀਤਾ। ਬਹੁਤ ਸਾਰੇ ਸਵਾਲ ਹੈ ਇਹਦੇ ਵਿੱਚ। ਜਾਂਚ ਹੈ ਜਿਹੜੀ ਉਹ ਕਿਹੋ ਜਿਹੀ ਹੋ ਰਹੀ ਹੈ ਤੇ ਜਾਂਚ ਟੀਮ ਨੇ ਹੁਣ ਤੱਕ ਕੀ ਕੀਤਾ ਹੈ, परचा दर्ज होया, किन्ना खिलाफ परचा दर्ज होया, तो असी यही पूछांगे गैस कांड के किन्ने गुनेगार। पुलिस प्रशासन किहो जी कार्रवाई नूं अगे वधा रहा, पहलां सुन ली। ਇਹਦੇ 'ਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਬਣਾਤੀ ਹੈ। ਉਹ ਜਿਹੜੇ ਆ ਡੀਸੀਪੀ ਇਨਵੈਸਟੀਗੇਸ਼ਨ ਤੇ ਡੀਸੀਪੀ ਏਡੀਸੀਪੀ 2 ਜਿਹੜੇ ਹੈਗੇ ਆ ਸੁਹੇਲ ਮੀਰ ਤੇ ਏਡੀਸੀਪੀ 4 ਹੈ ਜਿਹੜੇ ਤੁਸ਼ਾਰ ਗੁਪਤਾ ਤੇ ਪਲੱਸ ਐਸਐਚਓ ਉਹਦੇ ਨਾਲ ਤੇ ਇੱਕ ਜਿਹੜੇ ਏਸੀਪੀ ਜਿਹੜੇ ਇਸ ਏਰੀਏ ਦੇ ਏਸੀਪੀ ਸਾਊਥ ਇਹ ਮੈਂਬਰ ਦੀ ਅਸੀਂ 5 ਮੈਂਬਰੀ ਡੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਐਸਆਈਟੀ ਬਣਾਤੀ ਹੈ। ਐਸਾ ਪੋਲੂਸ਼ਨ ਬੋਰਡ ਵਾਲੇ ਅਫਸਰ ਨੂੰ ਵਾਰ-ਵਾਰ ਪੁੱਛਾਂਗੇ, ਜੇ ਉਹ ਸਹਿਯੋਗ ਨਹੀਂ ਦੇਣਗੇ ਤਾਂ ਇਸ ਮੁਕੱਦਮੇ 'ਚ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ। ਅੱਛਾ ਲਈ ਇਹ ਪੋਲੂਸ਼ਨ ਬੋਰਡ ਦਾ ਮੈਨੂੰ ਲੱਗਦਾ ਹੈ ਇਹਨਾਂ ਨੂੰ ਆਪਦੇ ਪ੍ਰੋਟੋਕੋਲਸ ਨੂੰ ਹੋਰ ਇਹਨੂੰ ਇੰਪਰੂਵ ਕਰਨਾ ਪਊਗਾ। ਇਹ ਅਸੀਂ ਚਾਹੁੰਦੇ ਹਾਂ ਇੰਡਸਟਰੀ ਖੁਸ਼ਹਾਲ ਹੋਵੇ। ਲੁਧਿਆਣਾ ਇੰਡਸਟਰੀਅਲ ਟਾਊਨ ਹੈ। ਆਪਣੇ ਪੰਜਾਬ ਦੀ ਤਰੱਕੀ ਖੇਤੀਬਾੜੀ ਤੋਂ ਬਾਅਦ ਐਗਰੀਕਲਚਰ ਤੇ ਹੈ। ਖੇਤੀਬਾੜੀ ਤੋਂ ਬਾਅਦ ਐਗਰੀਕਲਚਰ ਦੀ ਤਰੱਕੀ ਜਿਹੜੀ ਆ ਆਪਣੀ ਇੰਡਸਟਰੀਅਲ ਤਰੱਕੀ ਤਾਂ ਜ਼ਰੂਰੀ ਹੈ। ਇੰਡਸਟਰੀਅਲ ਤਰੱਕੀ ਦੇ ਨਾਲ ਪਰ ਲੋਕਾਂ ਦੀ ਜਾਨ ਤੇ ਖੇਡ ਕੇ ਤਰੱਕੀ ਕਿਸੇ ਨੂੰ ਵੀ। बड़ा सवाल असीं पुछांगे लुधियाना च जहरीली गैस कांड की जांच ते हुण तक किहड़े सवाल बाकी है। जिहड़ा पैनल साडे नाल है तुहाडा तारफ करना ते उस तो बाद डिबेट ओपन कर देवांगे। लोकेश नारंग भारतीय जनता पार्टी स्पोक्सपर्सन है। नारंग साहब तुहाडा बहुत स्वागत है। परमवीर सिंह श्रोमणी अकाली दल स्पोक्सपर्सन है। परमवीर तुहाडा बहुत स्वागत है। जसप्रीत सिंह नरवाल कांग्रेस स्पोक्सपर्सन नरवाल साहब तुहाडा बहुत स्वागत है। आम आदमी पार्टी के स्पोक्सपर्सन आए नहीं इस डिबेट में। उन्होंने कहा कि जलंधर इलैक्शन करके साडे कोले मेहमान नहीं हैगा, जिस करके स्पोक्सपर्सन ही भेजा नहीं गा। जे आ जाते तो उन्होंने स्वागत भी कर देंगे। नरिंदर कुमार जस टीवी के जर्नलिस्ट ने लुधियाना तो। नरिंदर कुमार तुहाडा बहुत स्वागत है। नरिंदर सब तो पहला सवाल तुहानूं करना चाहूँगा। नरिंदर ये जिहड़ी जहरीली गैस दा सारा कुछ उत्थे होया, ये इहदे विच नगैली किहड़ी सामने आई है? देखो पहली जिहड़ी फेलियर ये है कि हाले तक गैस पूरी तरह क्लीयर नहीं हो पाई कि किहड़ी गैस हैगी आ। लुधियाना एक वड्डा इंडस्ट्री हब हैगा वा, बहुत वड्डे घराने इस लुधियाना दे विच मौजूद हैगे ने। प्रशासन वड्डी तादाद च हैगा पर हाले तक गैस नहीं पता कर पाया कि गैस किहड़ी हैगी आ। हाइड्रोजन सल्फाइड जिहड़ा वा जिसका नाम दिता जा रहा वा, अंदाजे नाल दस्सिया जा रहा है कि ये हाइड्रोजन सल्फाइड ये गैस हैगी आ, पर गैस क्लीयर नहीं हो पाई कि गैस कारण 11 मौतां होईयां ने। सो ये वड्डा सवाल हैगा वा। जिहड़ी सब तो वड्डी नलायकी कि प्रशासन यही नहीं पता कर पाया कि गैस कित्थों आई है, किहड़ी जगह तो ये कैमिकल पाया गया वा, घरां तक किस तरह पहुंची है, एडी वड्डी मौतां दा कारण बन गया वा। सो ये वड्डा सवाल इस वक्त खड़ा है। मैं एक चीज़ जरूर जानना चाहुंदा कि ये सीवरेज विच कोई कैमिकल सुट्टण करके ये गैस पैदा हुई है, ये वजह दस सकिया प्रशासन? देखो मैं पहले ही कह रहा कि ये हाले क्लीयर किसी तरह नहीं है कि प्रशासन कह रहा है कि ਜਿਹੜੇ ਘਰ ਦੇ ਬਾਹਰ ਇਹ ਦੋ ਮੇਨ ਹੋਲ ਹੈਗੇ ਨੇ ਇਹਦੇ ਵਿੱਚ ਕੁਝ ਪਾਇਆ ਗਿਆ ਵਾ। ਕੱਲ ਐਨਡੀਆਰਐਫ ਦੀ ਟੀਮਾਂ ਡਿਵਾਈਸ ਤੇ ਰਾਹੀਂ ਉਸ ਤੋਂ ਤੇ ਚੈਕਿੰਗ ਕਰ ਰਹੀਆਂ ਸੀਗੀਆਂ, ਪਰ ਉਹਦੇ ਚ ਗੈਸ ਦੀ ਮਾਤਰਾ ਬਹੁਤ ਜ਼ਿਆਦਾ ਸੀਗੀ ਜਦੋਂ ਚੈਕਿੰਗ ਕੀਤੀ ਜਾ ਰਹੀ ਸੀਗੀਆਂ। ਪਰ ਇਹ ਨਹੀਂ ਪਤਾ ਲੱਗ ਪਾਇਆ ਕਿ ਉਹਦੇ ਵਿੱਚ ਕੈਮੀਕਲ ਪਾਇਆ ਗਿਆ ਵਾ। ਅੱਜ ਪੁਲਿਸ ਕਮਿਸ਼ਨਰ ਨੇ ਕਲੀਅਰ ਕੀਤਾ ਵਾ ਅਸੀਂ ਜਿਹੜੇ ਕੱਲ ਸੀਸੀਟੀਵੀ ਕੈਮਰੇ ਦੇ ਡੀਵੀਆਰ ਉਹ ਆਪਣੇ ਕਬਜ਼ੇ ਦੇ ਵਿੱਚ ਲਿੱਤੇ ਸੀਗੇ, ਪਰ ਉਹਨਾਂ ਦੇ ਵਿੱਚ ਕਲੀਅਰ ਨਹੀਂ ਹੋ ਪਾਇਆ ਕਿ ਕਿਸੇ ਨੇ ਉਹਦੇ ਵਿੱਚ ਕੁਝ ਮਿਕਸ ਕੀਤਾ ਵਾ। ਗੈਸ ਪਾਈਪ ਜਿਹੜੀ ਸੀਵਰੇਜ ਲਾਈਨ ਆ ਉਹ ਬਹੁਤ ਲੰਬੀ ਹੈਗੀ ਆ, ਪਰ ਉਸ ਜਗ੍ਹਾ ਤੋਂ ਹੀ ਗੈਸ ਜਿਹੜੀ ਆ ਘਰਾਂ ਤੱਕ ਪਹੁੰਚੀ ਹੈ, ਕਿਸ ਤਰ੍ਹਾਂ ਪਹੁੰਚੀ ਹੈ ਇਹ ਹਾਲੇ ਕਲੀਅਰ ਨਹੀਂ ਹੋ ਪਾਇਆ। ਤੇ ਜਿਹੜੀ ਪਰਚਾ ਦਰਜ ਕੀਤਾ ਗਿਆ ਉਹ ਕਿਹੜਾ ਪਰਚਾ ਦਰਜ ਹੋਇਆ, ਕਿਹੜੀ ਧਾਰਾ ਲੱਗੀ ਹੈ ਤੇ ਕਿਹਨਾਂ ਖਿਲਾਫ ਕੀਤਾ ਗਿਆ? 304 ਦਾ ਪਰਚਾ ਦਰਜ ਕੀਤਾ ਗਿਆ। ਅਨਨੋਨ ਜਿਹੜੇ ਵਿਅਕਤੀ ਆ ਉਹਨਾਂ ਦੇ ਉੱਤੇ ਇਹ ਪਰਚਾ ਦਰਜ ਕੀਤਾ ਗਿਆ। ਕਿਸੇ ਦਾ ਨਾਮ ਉਸ ਪਰਚੇ ਦੇ ਵਿੱਚ ਨਹੀਂ ਹੈਗਾ। ਸਾਹਨੇਵਾਲ ਥਾਣੇ ਦੇ ਵਿੱਚ ਇਹ ਪਰਚਾ ਜਿਹੜਾ ਵਾ ਦਰਜ ਕੀਤਾ ਗਿਆ ਵਾ। ਪੁਲਿਸ ਕਮਿਸ਼ਨਰ ਕਹਿ ਰਹੇ ਨੇ ਕਿ ਅਸੀਂ ਟੀਮ ਬਣਾ ਦਿੱਤੀ ਆ, ਜਾਂਚ ਕਰ ਰਹੇ ਆ। ਅਸੀਂ ਬਾਰ-ਬਾਰ ਜਿਹੜੀ ਆ ਪੋਲੂਸ਼ਨ ਬੋਰਡ ਦੇ ਜਿਹੜੇ ਅਧਿਕਾਰੀ ਜਿਹੜੇ ਉੱਥੇ ਲਗਾਏ ਗਏ ਨੇ ਅਸੀਂ ਉਹਨਾਂ ਕੋਲ ਬਾਰ-ਬਾਰ ਪੁੱਛਗਿੱਛ ਕਰਾਂਗੇ, ਬਾਰ-ਬਾਰ ਉਹਨਾਂ ਕੋਲ ਜਾਣਾਂਗੇ ਕਿ ਇਸ ਦੇ ਵਿੱਚ ਕੀ ਹੈਗਾ ਵਾ। ਅਗਰ ਕਿਸੇ ਤਰ੍ਹਾਂ ਦੀ ਨਲਾਇਕੀ ਹੋਏਗੀ ਤਾਂ ਉਹਨਾਂ ਦੇ ਨਾਮ ਜਿਹੜੇ ਉਸ ਪਰਚੇ ਦੇ ਵਿੱਚ ਜ਼ਰੂਰ ਪਾਏ ਜਾਣਗੇ। ठीक है, मैं वापस आऊँगा नरेंद्र। जसप्रीत सिंह नरवाल,
ਇਹ ਪਹਿਲੀ ਵਾਰ ਤਾਂ ਹੋਇਆ ਨਹੀਂਗਾ, ਇਸ ਤੋਂ ਪਹਿਲਾਂ ਵੀ ਕਈ ਵਾਰੀ ਗੈਸ ਲੀਕੇਜ ਦੇ ਮਾਮਲੇ ਸਾਹਮਣੇ ਆਏ ਆ। ਲੁਧਿਆਣਾ ਬਹੁਤ ਵੱਡਾ ਇੰਡਸਟਰੀ ਹੱਬ ਹੈ। ਕਾਂਗਰਸ ਨੂੰ ਕੀ ਲੱਗਦਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਹੁਣ ਤੱਕ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਤੋਂ ਸੰਤੁਸ਼ਟ ਹੋ ਤੁਸੀਂ ਨਰਵਾਲ ਸਾਹਿਬ? ਨਹੀਂ, ਦੇਖੋ ਜਿਹੜਾ ਇਹ ਹਾਦਸਾ ਹੋਇਆ ਸਭ ਤੋਂ ਪਹਿਲਾਂ ਤਾਂ ਇਹ ਬੜਾ ਦੁਖਦਾਈ ਹੈ ਕਿ ਮੈਂ ਉਹਦੇ ਵਿੱਚ ਸੁਣਿਆ ਕਿ 3 ਪਰਿਵਾਰਾਂ ਦੇ ਤਾਂ ਸਾਰੇ ਜੀਅ ਖਤਮ ਹੋ ਗਏ, 3 ਪਰਿਵਾਰ ਤਾਂ ਬਿਲਕੁਲ ਨਾਮੋ ਨਿਸ਼ਾਨ ਹੀ ਖਤਮ ਹੋ ਗਿਆ। ਸੋ ਇਹ ਬਹੁਤ ਹੀ ਜਿਹੜੀ ਹੈ ਕਿ ਮਾੜੀ ਘਟਨਾ ਹੋਈ ਹੈ। ਇਹ 11 ਲੋਕਾਂ ਦੀ ਮੌਤ ਨਹੀਂ ਹੋਈ ਹੈਗੀ, ਇਹ 11 ਪਰਿਵਾਰਾਂ ਦੇ ਚਿਰਾਗ ਬੁਝੇ ਹੈਗੇ ਨੇ। ਸੋ ਉਹਨਾਂ ਪਿੱਛੇ ਕਿੰਨੇ ਬੰਦੇ ਸੀਗੇ ਆਪਾਂ ਗਿਣਤੀ ਨਹੀਂ ਕਰ ਸਕਦੇ ਕਿ ਕਿੰਨਿਆਂ ਦੇ ਪਰਿਵਾਰ ਉੱਜੜ ਗਏ ਨੇ। ਸੋ ਇਹ ਜਿਹੜੀ ਕੋਈ ਵੀ ਇਦਾਂ ਦਾ ਕੈਮੀਕਲ ਜੇ ਰਲਿਆ ਹੈਗਾ ਤਾਂ ਉਹਦੀ ਜਿਹੜੀ ਆ ਅੱਛੇ ਤਰੀਕੇ ਦੇ ਨਾਲ ਜਾਂਚ, ਮੈਨੂੰ ਲੱਗਦਾ ਕਿ ਇਸ ਟਾਈਮ ਜਿਹੜੀ ਪੰਜਾਬ ਦੀ ਗਵਰਨਮੈਂਟ ਆ ਆਮ ਆਦਮੀ ਪਾਰਟੀ ਦੀ, ਉਹ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾ ਰਹੀ। ਉਹ ਲੋਕਾਂ ਨੇ ਜਿਹੜੇ ਕੰਮਾਂ ਲਈ ਇਹਨਾਂ ਨੂੰ ਬਣਾਇਆ ਸੀ, ਲੁਧਿਆਣੇ ਦੇ ਵਿੱਚ ਦੇਖੋ ਬੁੱਢੇ ਨਾਲੇ ਦੀ ਸਭ ਤੋਂ ਪਹਿਲਾਂ ਗੱਲ ਜਿਹੜੀ ਆ ਹੁਣ ਇਹ ਸਰਕਾਰ ਦੇ ਪਹਿਲਾਂ ਕੀਤੀ ਸੀ ਕਿ ਆਉਂਦੇ ਹੋਏ ਅਸੀਂ ਬੁੱਢੇ ਨਾਲੇ ਨੂੰ ਸਾਫ਼ ਕਰਾਂਗੇ, ਉਹਦੇ ਵਿੱਚ ਜਿਹੜੀ ਆ ਕੋਈ ਵੀ ਇਦਾਂ ਦੀਆਂ ਜ਼ਹਿਰੀਲੇ ਪਦਾਰਥ ਆ ਲੁਧਿਆਣੇ ਦੇ ਵਿੱਚ ਅਸੀਂ ਚੈੱਕ ਕਰਾਂਗੇ। ਸੋ ਇਦਾਂ ਦੀ ਕੋਈ ਵੀ 1 ਸਾਲ ਤੋਂ ਉੱਪਰ ਹੋ ਗਿਆ ਕਾਰਵਾਈ ਇਹਨਾਂ ਦੀ ਨਜ਼ਰ ਨਹੀਂ ਆ ਰਹੀ, ਤੇ ਜਿਹਦੇ ਸਿੱਟੇ ਵਜੋਂ ਕਿ ਅੱਜ ਇਹ ਦੁਰਘਟਨਾ ਹੋਈ ਹੈ। ਮਾੜੀ ਦੁਰਘਟਨਾ ਕਿਸੇ ਵੀ ਸਰਕਾਰ ਦੇ ਟਾਈਮ ਹੋ ਸਕਦੀ, ਮੈਂ ਇਹ ਨਹੀਂ ਕਹਿੰਦਾ ਕਿ ਕੱਲੀ ਆਮ ਆਦਮੀ ਪਾਰਟੀ ਦੇ ਟਾਈਮ ਇਹ ਦੁਰਘਟਨਾ ਹੋਈ ਹੈ, ਹੋ ਸਕਦਾ ਸੀ ਕਿਸੇ ਹੋਰ ਸਰਕਾਰ ਵੇਲੇ ਵੀ ਹੋ ਸਕਦੀ ਸੀ। ਪਰ ਜਿਹੜੀ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ, ਅੱਜ ਤੁਹਾਡੇ ਚੈਨਲ ਤੇ ਆ ਕੇ ਵੀ ਉਹਨਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਸੀ ਆਪਣੀਆਂ ਜਿਹੜੀਆਂ ਪਾਰਟੀ ਦੀਆਂ ਕਾਰਵਾਈਆਂ ਜਾਂ ਸਰਕਾਰ ਦੀ ਇਸ ਉੱਤੇ ਕੀ ਨੀਤੀ ਹੈ, ਉਹਨੂੰ ਸਾਡੇ ਜਿੰਨੇ ਵੀ ਇੱਥੇ ਹੋਰ ਪਾਰਟੀਆਂ ਦੇ ਬੁਲਾਰੇ ਉਹਨਾਂ ਸਾਹਮਣੇ ਸਪਸ਼ਟ ਤੌਰ ਦੇ ਉੱਤੇ ਰੱਖਣਾ ਚਾਹੀਦਾ ਸੀ। ਤੇ ਜੇ ਉਹ ਅੱਜ ਜਲੰਧਰ ਇਲੈਕਸ਼ਨ ਦੀ ਗੱਲ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਕਿ 11 ਬੰਦਿਆਂ ਦੀ ਮੌਤ ਤੋਂ ਵੱਡੀ ਚੀਜ਼ ਜਿਹੜੀ ਹੈ ਉਹ ਕੋਈ ਹੋਰ ਇਲੈਕਸ਼ਨ ਨਹੀਂ ਹੋ ਸਕਦੀ। ਆਮ ਆਦਮੀ ਪਾਰਟੀ ਦੀ ਇਹ ਰਵਾਇਤ ਹੋ ਚੁੱਕੀ ਹੈ, ਜਿਵੇਂ ਕਿ ਜਦੋਂ ਪੰਜਾਬ ਦੇ ਸਾਬਕਾ ਸੀਐਮ ਸਾਡੇ ਬਜ਼ੁਰਗ ਜਿਹੜੇ ਸੀਗੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਜਦੋਂ ਡੈਥ ਹੋਈ ਹੈ ਤਾਂ ਕਾਂਗਰਸ ਪਾਰਟੀ ਨੇ ਉਸ ਦਿਨ ਜਿਹੜਾ ਆ ਕਿ ਉਸ ਦਿਨ ਦਾ ਪ੍ਰਚਾਰ ਵੀ ਬੰਦ ਕਰਤਾ ਸੀ ਕਿ ਅਸੀਂ ਇੱਕ ਬਹੁਤ ਵੱਡੇ ਪੰਜਾਬ ਦੇ ਲੀਡਰ ਦੀ ਡੈਥ ਹੋਈ ਹੈ ਤਾਂ ਅਸੀਂ ਪ੍ਰਚਾਰ ਨਹੀਂ ਕਰਾਂਗੇ। ਪਰ ਅੱਜ ਆਮ ਆਦਮੀ ਪਾਰਟੀ ਨੇ ਪ੍ਰਚਾਰ ਤਾਂ ਆਪਣਾ ਕੀ ਬੰਦ ਕਰਨਾ ਸੀ, ਉਹਨਾਂ ਕੋਲ ਸਮਾਂ ਹੀ ਹੈ ਨਹੀਂ ਤੁਹਾਡੇ ਚੈਨਲ ਦੇ ਉੱਤੇ ਆ ਕੇ ਬੈਠਣ ਦਾ। ਤੇ ਡੈਫੀਨੇਟਲੀ ਸਰਕਾਰ ਇਸ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੀ ਤੇ ਲੋਕਾਂ ਨੂੰ ਜਿਹੜਾ ਆ ਉਹਨਾਂ ਦੇ ਹਾਲ ਦੇ ਉੱਤੇ ਛੱਡਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਚੱਲਦਾ ਚੱਲਣ ਦਿਓ, ਕੋਈ ਵੀ ਉਹਨਾਂ ਨੂੰ ਰਾਹਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ। ਠੀਕ ਹੈ ਪਰਮਵੀਰ, ਤੁਸੀਂ ਹੁਣ ਤੱਕ ਦੀ ਕਾਰਵਾਈ ਤੋਂ ਸੰਤੁਸ਼ਟ ਹੋ? ਦੇਖੋ, ਮੇਰੇ ਤੋਂ ਪਹਿਲਾਂ ਜਿਹੜੇ ਬੁਲਾਰੇ ਨੇ ਔਰ ਖਾਸ ਕਰਕੇ ਜਿਹੜੇ ਪ੍ਰਵਕਤਾ ਉੱਥੇ ਮੌਕੇ ਤੇ ਜੁਟੇ ਹੋਏ ਆ, ਉਹਨਾਂ ਨੇ ਜਿਹੜੀ ਗੱਲ ਕਹੀ ਹੈ ਵੀ ਹਾਲ ਤੱਕ ਇੰਡਸਟਰੀਅਲ ਹੱਬ ਹੋਵੇ ਲੁਧਿਆਣਾ, ਔਰ ਜਿਹੜਾ ਏਰੀਆ ਉਹ ਇੰਡਸਟਰੀ ਦਾ ਹੱਬ ਇੱਕ ਮੰਨਿਆ ਜਾਂਦਾ ਹੈ ਗੈਸਪੁਰਾ, ਜਿੱਥੇ ਸਮਾਲ ਸਕੇਲ ਇੰਡਸਟਰੀਜ਼, ਛੋਟੀਆਂ ਇੰਡਸਟਰੀਜ਼ ਜਾਂ ਪਲਾਸਟਿਕ ਇੰਡਸਟਰੀਜ਼ ਨੇ। ਪਰ ਹਾਲ ਤੱਕ ਇੰਨਾ ਟਾਈਮ ਨਿਕਲ ਗਿਆ, ਸਰਕਾਰ ਵੱਲੋਂ ਇਹੀ ਨਹੀਂ ਆਇਡੈਂਟੀਫਾਈ ਕੀਤਾ ਗਿਆ ਵੀ ਇਹ ਇੰਡਸਟਰੀਅਲ ਲੀਕ ਹੈ ਕਿ ਇਹ ਸੀਵਰੇਜ ਦੇ ਵਿੱਚ ਲੀਕ ਹੈ। ਤੁਸੀਂ ਦੇਖੋ ਹੋ ਕੀ ਰਿਹਾ, ਜੋ ਮੀਡੀਆ ਰਿਪੋਰਟਸ ਨੇ, ਐਨਡੀਆਰਐਫ ਦੀ ਜਿਹੜੀ ਟੀਮ ਹੈ ਉਹਨਾਂ ਨੇ ਗੈਸ ਆਇਡੈਂਟੀਫਾਈ ਜਿਹੜੀ ਕੀਤੀ ਹੈ ਉਹ ਹਾਈਡਰੋਜਨ ਸਲਫਾਈਡ ਹੈ, ਔਰ ਉਹਦਾ ਜਿਹੜਾ ਦੂਸਰਾ ਨਾਮ ਆਰਗੈਨਿਕ ਨਾਮ ਅਸੀਂ ਕਹਿੰਦੇ ਆ ਉਹ ਸੀਵਰ ਗੈਸ ਵੀ ਅਸੀਂ ਕਹਿੰਦੇ ਆ। ਇਹ ਗੈਸ ਉਦੋਂ ਪ੍ਰੋਡਿਊਸ ਹੁੰਦੀ ਹੈ ਸੀਵਰ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਸੀਵਰੇਜ ਦੇ ਵਿੱਚ ਬਲੌਕੇਜ ਜਿਵੇਂ ਇਕੱਠਾ ਹੋ ਜਾਂਦਾ ਹੈ ਔਰ ਟੈਂਪਰੇਚਰ ਉੱਥੇ ਪੂਰਾ ਵਾਰਮ ਹੋਵੇ, ਉਹਨੂੰ ਕੱਢਿਆ ਨਾ ਜਾਵੇ, ਤਾਂ ਜਿਹੜੀ ਸੀਵਰ ਗੈਸ ਹੈ ਜਿਹਨੂੰ ਰੋਟਨ ਗੈਸ ਵੀ ਕਹਿੰਦੇ ਆ, ਇਹ ਪ੍ਰੋਡਿਊਸ ਹੁੰਦੀ ਹੈ। ਔਰ ਜੋ ਮੀਡੀਆ ਰਿਪੋਰਟਸ ਤੋਂ ਪਤਾ ਲੱਗ ਰਿਹਾ ਨਾ, ਇੱਕ ਲਾਇਬਿਲਿਟੀ ਸ਼ਿਫਟ ਕਰਨ ਦੀ ਇੱਕ ਖੇਡ ਚੱਲ ਰਹੀ ਹੈ ਵੀ ਪੋਲਿਊਸ਼ਨ ਕੰਟਰੋਲ ਬੋਰਡ ਇਹ ਕਹਿ ਰਹੀ ਹੈ ਵੀ ਜਿਹੜੀ ਸਾਡੀ ਰੀਡਿੰਗਸ ਹੈਗੀਆਂ ਵੀ ਇਹ ਸੀਵਰ ਦੇ ਥਰੂ ਲੀਕੇਜ ਹੋ ਸਕਦੀ ਹੈ, ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਲਾਇਬਿਲਿਟੀ ਸ਼ਿਫਟ ਕਰਨ ਦਾ ਔਰ ਬੜੇ ਤਰੀਕੇ ਦੇ ਨਾਲ ਬਚਾਅ ਕਰਨ ਦਾ ਇੱਕ ਰਾਜਨੀਤਿਕ ਜਿਹੜਾ ਸਟੰਟ ਚੱਲ ਰਿਹਾ ਹੈ। ਪਰ ਇਹਦੇ ਵਿੱਚ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਵੀ ਅੱਜ ਪੰਜਾਬ ਦੇ ਲੋਕਾਂ ਦਾ ਇਹ ਜਿਹੜੀ ਰਾਖਾ ਬਣੀ ਸੀ ਸਰਕਾਰ, ਅੱਜ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਗਈਆਂ। ਪੁਲਿਸ ਕਮਿਸ਼ਨਰ ਇਹ ਗੱਲ ਕਹਿ ਰਹੇ, ਤੁਸੀਂ ਇਹ ਲਾਇਬਿਲਿਟੀ ਸ਼ਿਫਟ ਕਰਨ ਵਾਲੇ ਦਾ ਸਵਾਲ ਕਿਉਂ ਚੱਕਦੇ ਪਿਓ? ਦੇਖੋ, ਪੁਲਿਸ ਕਮਿਸ਼ਨਰ ਨੇ ਵੀ ਇੱਕ ਗੱਲ ਕੀਤੀ ਹੈ ਵੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਜਿਹੜਾ ਉਹ ਕਿਤੇ ਨਾ ਕਿਤੇ ਓਪਨਲੀ ਉਹਨਾਂ ਦਾ ਸਾਥ ਨਹੀਂ ਦੇ ਰਿਹਾ। ਅਗਰ ਤੁਸੀਂ ਉਹਨਾਂ ਦੀ ਇੰਟਰਵਿਊ ਸੁਣੀ ਹੋਣੀ ਹੈ, ਔਰ ਮੀਡੀਆ ਰਿਪੋਰਟਸ ਵੀ ਇਹੀ ਕਹਿ ਰਹੀ ਹੈ ਵੀ ਜਿਹੜੀ ਐਨਡੀਆਰਐਫ ਨੇ ਜਿਹੜੀ ਗੈਸ ਆਇਡੈਂਟੀਫਾਈ ਕੀਤੀ ਹੈ ਹਾਈਡਰੋਜਨ ਸਲਫਾਈਡ, ਉਹਦਾ ਜਿਹੜਾ ਮੇਨ ਸਰੋਤ ਹੁੰਦਾ ਉਹ ਸੀਵਰ ਗੈਸ ਉਹਨੂੰ ਕਿਹਾ ਜਾਂਦਾ ਹੈ। ਤਾਂ ਸੀਵਰ ਗੈਸ ਦੀ ਜਿਹੜੀ ਰੀਡਿੰਗ ਹੈ ਉਹ ਪੋਲਿਊਸ਼ਨ ਕੰਟਰੋਲ ਬੋਰਡ ਕਹਿ ਰਹੀ ਹੈ ਵੀ ਜੀ ਇਹ ਗੈਸ ਸ਼ਾਇਦ ਸੀਵਰ ਤੋਂ ਪ੍ਰੋਡਿਊਸ ਹੋ ਸਕਦੀ ਹੈ। ਪਰ ਇਹ ਅਸੀਂ ਇੱਕ ਦੂਜੇ ਦੇ ਉੱਪਰ ਲਾਇਬਿਲਿਟੀ ਸ਼ਿਫਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਸਰਕਾਰ ਨੂੰ ਇਹ ਚਾਹੀਦਾ ਵੀ ਪੂਰੀ ਇਨਕੁਆਇਰੀ ਕਰੇ, ਅਗਰ ਇੰਡਸਟਰੀਅਲ ਲੀਕੇਜ ਹੈ ਤਾਂ ਜਿੱਥੋਂ ਇੰਡਸਟਰੀ ਤੋਂ ਇਹ ਲੀਕ ਹੋਈ ਆ ਉਹਦੇ ਉੱਪਰ ਪ੍ਰੋਪਰ ਕਾਰਵਾਈ ਹੋਵੇ। ਜਿਹੜੀਆਂ 11 ਜਾਨਾਂ ਗਈਆਂ, 11 ਘਰ ਦੇ ਜਿਹੜੇ ਚਿਰਾਗ ਉਜੜੇ ਨੇ, ਉਹਨਾਂ ਨੂੰ ਪ੍ਰੋਪਰਲੀ ਕੰਪਨਸੇਟ ਕੀਤਾ ਜਾਵੇ। ਚਲੋ ਮੈਂ ਕੰਪਨਸੇਸ਼ਨ ਵਾਲਾ ਸਵਾਲ ਮੈਂ ਲੈਣਾ, ਇੱਕ ਛੋਟਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਵਾਂਗੇ। ਸੂਬੇ ਤੋਂ ਕੇਂਦਰ ਸਰਕਾਰ ਤੱਕ ਜਿਹੜੀ ਸਹਾਇਤਾ ਕੀਤੀ ਹੈ ਕਿ ਉਹਦੇ ਨਾਲ ਇਹਨਾਂ ਪਰਿਵਾਰਾਂ ਦੇ ਉੱਤੇ ਮਲਮ ਆ ਜਿਹੜਾ ਉਹ ਲੱਗ ਗਿਆ? ਵਾਪਸ ਆ ਰਿਹਾ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਲੁਧਿਆਣਾ 'ਚ ਜ਼ਹਿਰੀਲੀ ਗੈਸ ਕਾਂਡ ਦੀ ਜਾਂਚ ਤੇ ਹੁਣ ਤੱਕ ਕਿਹੜੇ ਸਵਾਲ ਬਾਕੀ ਹੈ? ਲੋਕੇਸ਼ ਨਾਰੰਗ ਸਾਹਿਬ, ਜੋ ਹੁਣ ਤੱਕ ਕਾਰਵਾਈ ਹੋਈ ਹੈ, ਬੀਜੇਪੀ ਦਾ ਪਹਿਲੀ ਪ੍ਰਤੀਕਿਰਿਆ। ਦੇਖੋ ਪੀਪੀ ਜੀ, ਜੋ ਵੀ ਲੁਧਿਆਣਾ ਦੇ ਵਿੱਚ ਹੋਇਆ ਉਹ ਬਹੁਤ ਹੀ ਮੰਦਭਾਗਾ ਹੋਇਆ। ਔਰ ਮੈਂ ਕੋਈ ਵੀ ਗੱਲ ਰੱਖਣ ਤੋਂ ਪਹਿਲਾਂ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਔਰ ਸਾਰੀ ਸਾਡੇ ਵਰਕਰਾਂ ਵੱਲੋਂ ਜਿਹੜੇ ਪਰਿਵਾਰਾਂ ਨੇ ਆਪਣੇ ਇਸ ਹਾਦਸੇ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਖੋਇਆ, ਉਹਨਾਂ ਦੇ ਪ੍ਰਤੀ ਸ਼ਰਧਾਂਜਲੀ ਭੇਟ ਕਰਦਾ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ, ਕਿਉਂਕਿ ਇਸ ਦੇ ਵਿੱਚ ਕਾਫੀ ਲੋਕਾਂ ਦੀ ਅੱਗੇ ਤੱਕ ਅੰਧੇਰਾ ਹੀ ਆ ਗਿਆ ਵੀ ਜਿਨ੍ਹਾਂ ਦੇ ਪਰਿਵਾਰ ਦੇ ਐਸੇ ਜੀ ਚਲੇ ਗਏ ਨੇ ਕਿ ਉਹ ਕੁਝ ਕਰ ਹੀ ਨਹੀਂ ਪਾਣਗੇ। ਜਿਹੜੀ ਦੂਸਰੀ ਗੱਲ ਹੈ ਕੀਪੀ ਜੀ ਕਿ ਦੇਖੋ ਜਿਹੜੀ ਐਸੀ ਨੈਚੁਰਲ ਕੈਲੈਮਿਟੀਜ਼ ਹੁੰਦੀਆਂ ਨੇ ਇਹ ਸਟੇਟ ਸਬਜੈਕਟ ਤਾਂ ਹੈਗਾ ਹੀ ਹੈ, ਪਰ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ 2-2 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਵਾ ਹਰ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਲਈ ਸਾਡੀ ਕੇਂਦਰ ਦੀ ਸਰਕਾਰ ਨੇ ਅਨਾਉਂਸ ਕੀਤਾ। ਪਰ ਇੱਕ ਚੀਜ਼ ਮੈਂ ਤੁਹਾਡੇ ਚੈਨਲ ਤੇ ਜ਼ਰੂਰ ਕਹਿਣਾ ਚਾਹੂੰਗਾ, ਪੁਲਿਸ ਇਨਵੈਸਟੀਗੇਸ਼ਨ ਨੂੰ 2 ਦਿਨ ਲੈ ਲਏ, 4 ਦਿਨ ਲੈ ਲਏ, 10 ਦਿਨ ਲੈ ਲਏ, ਪਰ ਇਸ ਹਾਦਸੇ ਦਾ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਜਿਹੜੇ ਲੋਕ ਇਹੋ ਜਿਹਾ ਕਾਨੂੰਨਾ ਕੰਮ ਕਰਦੇ ਨੇ ਕਿ ਕਿਸੇ ਐਸੇ ਗਲਤ ਤਰੀਕੇ ਦੇ ਨਾਲ ਕਿ ਦੂਸਰੇ ਦੀ ਜਾਨ ਹੀ ਚਲੀ ਜਾਏ, ਐਸੇ ਕੰਮ ਕਰਦੇ ਨੇ ਤੇ ਇਹਨਾਂ ਦੇ ਖਿਲਾਫ ਬੜੀ ਕੜੀ ਕਾਰਵਾਈ ਹੋਣੀ ਚਾਹੀਦੀ ਹੈ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸਰਕਾਰ ਮੈਂ ਸਮਝਦਾ ਵਾ ਕਿ ਚਲੋ 10 ਤਰੀਕ ਤੱਕ ਬਹਾਨੇ ਬਣਾ ਲੇਗੀ, 10 ਤਰੀਕ ਤੋਂ ਬਾਅਦ ਕੋਈ ਇਨਵੈਸਟੀਗੇਸ਼ਨ ਕਰਨਗੇ, ਜੇ ਇਹਨਾਂ ਕੋਈ ਨਹੀਂ ਇਨਵੈਸਟੀਗੇਸ਼ਨ ਹੋ ਸਕੀ ਕਿਸੇ ਹੋਰ ਨੂੰ ਟ੍ਰਾਂਸਫਰ ਕਰਨਗੇ, ਪਰ ਇਹਦੇ ਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। 10 ਤਰੀਕ ਤੱਕ ਕਿਉਂ ਬਹਾਨੇ ਬਣਾਉਣਗੇ ਨਾਰੰਗ ਸਾਹਿਬ? ਸਿਰਫ ਜਲੰਧਰ ਇਲੈਕਸ਼ਨ ਕਰਕੇ? ਦੇਖੋ ਸਰਕਾਰ ਦੇ ਰੁਝੇਵੇਂ ਨੇ ਨਾ ਜੀ, ਕਈ ਸਾਰੇ ਕੰਮ ਉਹਨਾਂ ਨੇ 10 ਤਰੀਕ ਤੱਕ ਛੱਡੇ ਹੋਏ ਨੇ ਕਿ ਪਹਿਲਾਂ ਉਹ ਜਿਮਨੀ ਚੋਣ ਤੇ ਜ਼ੋਰ ਲਾ ਲਈਏ, ਪਰ ਜਿਹੜਾ ਇਹ ਹਾਦਸਾ ਹੋਇਆ ਹੈ ਇਹਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਇਹਦੀ ਜਲਦੀ ਤੋਂ ਜਲਦੀ ਇੰਡੀਪੈਂਡੈਂਟ ਇਨਕੁਆਇਰੀ ਔਰ ਬਿਨਾਂ ਪ੍ਰੈਸ਼ਰ ਦੇ ਇਨਕੁਆਇਰੀ ਹੋਵੇ ਔਰ ਇਨਕੁਆਇਰੀ ਕਰਕੇ ਜਿਹੜਾ ਦੋਸ਼ੀ ਆ ਉਹ ਸਭ ਦੇ ਸਾਹਮਣੇ ਲਿਆਇਆ ਜਾਵੇ, ਉਹ ਕਿੰਨਾ ਵੀ ਰਸੂਖ ਵਾਲਾ ਬੰਦਾ ਹੋਵੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਠੀਕ ਹੈ ਪਰਮਵੀਰ, ਤੁਸੀਂ ਕੰਪਨਸੇਸ਼ਨ ਦੀ ਗੱਲ ਕਰਦੇ ਸੀਗੇ, ਸਟੇਟ ਗਵਰਨਮੈਂਟ ਨੇ ਵੀ ਅਨਾਉਂਸਮੈਂਟ ਕੀਤੀ ਹੈ, ਸੈਂਟਰ ਨੇ ਵੀ ਕੀਤੀ ਹੈ, ਕੰਪਨਸੇਸ਼ਨ ਆ ਰਹੀ ਹੈ ਪਰਮਵੀਰ? ਹਾਂਜੀ, ਉਹ 2 ਲੱਖ ਰੁਪਇਆ ਸਟੇਟ ਗਵਰਨਮੈਂਟ ਨੇ ਕੀਤੀ ਔਰ ਐਕਸਕ੍ਰੇਸ਼ੀਆ 2 ਲੱਖ ਸੈਂਟਰਲ ਗਵਰਨਮੈਂਟ ਨੇ ਕੀਤੀ ਹੈ। ਮੇਰਾ ਇਹਦੇ ਤੋਂ ਇਹ ਹੈ ਵੀ ਅਗਰ ਤੁਸੀਂ ਦੇਖਿਆ ਹੋਣਾ ਜਿਹੜੇ ਡੈਥਸ ਹੋਈਆਂ ਤਾਂ ਇਹ ਜਿਹੜਾ ਏਰੀਆ ਹੈ ਨਾ ਆਪਣਾ ਕੇਪੀ ਜੀ, ਇਹ ਇੱਕ ਇੰਡਸਟਰੀਅਲ ਟਾਊਨ ਹੈ ਜਿੱਥੇ ਮੋਸਟਲੀ ਵਰਕਰਸ ਜਿਹੜੇ ਹੁੰਦੇ ਨੇ ਉਹਨਾਂ ਦੇ ਰੈਜ਼ੀਡੈਂਸ ਨੇ ਜਾਂ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਨੇ, ਔਰ ਕਈ ਫੈਮਲੀਆਂ ਨੇ ਤਾਂ ਜਿਹੜੇ ਉਹਨਾਂ ਦੇ ਕਮਾਉਣ ਵਾਲੇ ਸੀ, ਜਿਹੜੇ ਹੈਡ ਆਫ ਦਾ ਫੈਮਿਲੀ ਸੀ, ਜਿਨ੍ਹਾਂ ਨੇ ਸਾਰਾ ਕਮਾ ਕੇ ਆਪਣੀ ਪਾਲਣ ਪੋਸ਼ਣ ਕਰਨਾ ਸੀ ਆਪਦੀ ਫੈਮਿਲੀ ਦਾ ਜਾਂ ਸਾਰਾ ਕੁਝ ਕਰਨਾ ਸੀ, ਕਈ ਘਰਾਂ ਦੇ ਤਾਂ ਉਹ ਚਿਰਾਗ ਉੱਜੜ ਗਏ ਨੇ। ਤਾਂ ਇਸ ਕਰਕੇ ਸਰਕਾਰ ਨੂੰ ਸਾਡੀ ਰਿਕੁਐਸਟ ਹੈ ਵੀ ਇਹਨੂੰ ਸੀਰੀਅਸਲੀ ਦਿੱਤਾ ਜਾਵੇ ਔਰ ਇਹ ਵੀ ਦੇਖਿਆ ਜਾਵੇ ਵੀ 2 ਲੱਖ ਦੇ ਨਾਲ ਕੀ ਉਹ ਪਰਿਵਾਰ ਅੱਗੇ ਆਪਣਾ ਮੇਨਟੇਨੈਂਸ ਕਰ ਸਕਦੇ ਆ। ਸਰਕਾਰ ਨੂੰ ਚਾਹੀਦਾ ਵੀ ਇਸ ਚੀਜ਼ ਨੂੰ ਸੀਰੀਅਸ ਲੈ ਕੇ ਜਿਹੜਾ ਕੰਪਨਸੇਸ਼ਨ ਅਮਾਉਂਟ ਆ ਉਹਨੂੰ ਇਨਕਰੀਜ਼ ਕੀਤਾ ਜਾਵੇ। ਨਰਵਾਲ ਸਾਹਿਬ, ਇੱਕ ਜਿਹੜਾ ਅਕਾਲੀ ਦਲ ਸਵਾਲ ਕਰਦਾ ਪਿਆ ਕਿ ਕੰਪਨਸੇਸ਼ਨ ਵਧਾਉਣੀ ਚਾਹੀਦੀ ਹੈ, ਜੋ ਕਾਨੂੰਨ ਦੇ ਮੁਤਾਬਕ ਹੈਗਾ, ਜੋ ਸਰਕਾਰ ਕਰ ਸਕਦੀ ਹੈ ਉਹੀ ਕਰ ਸਕਦੀ ਹੈ, ਦੂਜਾ ਤਾਂ ਨਹੀਂ ਕਰ ਸਕਦੀ ਨਰਵਾਲ ਸਾਹਿਬ, ਜਾਂ ਕਰ ਸਕਦੀ ਹੈ? ਨਰਵਾਲ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਜੀ ਜੇ ਉਹ ਚਾਹੁਣ ਤਾਂ ਕਰ ਸਕਦੇ ਨੇ, ਕੋਈ ਏਦਾਂ ਦੀ ਦਿੱਕਤ ਵਾਲੀ ਗੱਲ ਨਹੀਂ ਹੈਗੀ। ਜੇ ਸਰਕਾਰ ਦੀ ਨੀਅਤ ਹੋਵੇ ਕਿ ਕਿਸੇ ਨੂੰ ਅਸੀਂ ਕੰਪਨਸੇਟ ਕਰਨਾ ਹੈ ਤਾਂ ਉਹ ਕਰ ਸਕਦੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਦੂਸਰੀ ਗੱਲ, ਇਹ ਸਰਕਾਰ ਦੀ ਦੇਖੋ ਇਸ ਟਾਈਮ ਦੇ ਉੱਤੇ ਕੋਈ ਵੀ ਜਿਹੜੀ ਹੈ ਕਿ ਕੋਈ ਵੀ ਇਸ ਮੁੱਦੇ ਦੇ ਉੱਤੇ ਮੈਂ ਕਹਾਂ ਕਿ ਸਰਕਾਰ ਸੀਰੀਅਸ ਹੁੰਦੀ ਨਜ਼ਰ ਨਹੀਂ ਆ ਰਹੀ। ਜਿਵੇਂ ਜ਼ੀਰਾ ਸ਼ਰਾਬ ਫੈਕਟਰੀ ਦਾ ਮਸਲਾ ਸੀ, ਉੱਥੇ ਦੇਖੋ ਕਿ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਜ਼ਹਿਰੀਲਾ ਪਾਣੀ ਪਹੁੰਚ ਰਿਹਾ ਸੀਗਾ ਤਾਂ ਲੋਕਾਂ ਨੇ ਆਵਾਜ਼ ਉਠਾਈ। ਅੱਜ ਇੱਕ ਗੈਸ ਦੇ ਨਾਲ ਜਦੋਂ ਲੁਧਿਆਣੇ ਦੇ ਵਿੱਚ ਇਦਾਂ ਦਾ ਕਾਂਡ ਹੁੰਦਾ ਤਾਂ ਸਰਕਾਰ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਨੇ। 11 ਲੋਕ ਮਰ ਜਾਣੇ ਕੋਈ ਛੋਟੀ ਘਟਨਾ ਨਹੀਂ ਹੈ। 11 ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਮਾਇਨੇ ਰੱਖਦੀਆਂ। ਭਾਵੇਂ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਹਰ ਮਹੀਨੇ ਨਜਾਇਜ਼ ਮੌਤਾਂ ਹੋ ਰਹੀਆਂ ਨੇ, ਚਾਹੇ ਉਹ ਇਦਾਂ ਦੇ ਕੋਈ ਐਕਸੀਡੈਂਟ ਦੇ ਰੂਪ 'ਚ ਹੋ ਜਾਵੇ, ਚਾਹੇ ਉਹ ਕਿਸੇ ਦਾ ਕਤਲੇਆਮ ਹੋ ਜਾਵੇ। ਪੰਜਾਬ ਦੇ ਲੋਕ ਹੁਣ ਕਿਹੜੇ ਪਾਸੇ ਨੂੰ ਜਾਣ? ਇੰਡਸਟਰੀਅਲ ਰੈਵੋਲੂਸ਼ਨ ਕਿਸ ਤਰੀਕੇ ਦਾ ਲਿਆਉਣਾ ਚਾਹੁੰਦੇ ਨੇ? ਅੱਜ ਜਿਹੜੀ ਕਿ ਪੁਲਿਸ ਨਜ਼ਰ ਆਈ ਹੈ ਕਿ ਉਹ ਪੋਲਿਊਸ਼ਨ ਬੋਰਡ ਦੇ ਉੱਤੇ ਗੱਲ ਸਿੱਟ ਰਹੀ ਹੈ ਤਾਂ ਪੋਲਿਊਸ਼ਨ ਬੋਰਡ ਕਹਿ ਰਹੇ ਨੇ ਕਿ ਉਹ ਕੋਈ ਜਵਾਬ ਨਹੀਂ ਦੇ ਰਿਹਾ। ਸੋ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਪੰਜਾਬ ਦੀ ਸਰਕਾਰ ਦੀ ਬਣਦੀ ਹੈ। ਪੰਜਾਬ ਦੀ ਇੰਡਸਟਰੀ ਕੌਣ ਸਾਂਭ ਰਿਹਾ? ਪੰਜਾਬ ਦੀ ਹੋਮ ਮਿਨਿਸਟਰੀ ਕਿਹਦੇ ਕੋਲ ਹੈ? ਉਹਨਾਂ ਨੇ ਕਿੰਨੇ ਕੁ ਸਖਤ ਐਕਸ਼ਨ ਜਿਹੜੇ ਆ ਕੱਲ ਦੇ ਲੈ ਰਹੇ ਨੇ ਕਿ ਜਿਹੜੀਆਂ ਮੌਤਾਂ ਹੋਈਆਂ ਨੇ ਇਹਨਾਂ ਦੇ ਉੱਤੇ ਕੀ ਐਕਸ਼ਨ ਲੈ ਰਹੀ ਹੈ? ਸੋ ਕੋਈ ਵੀ ਸਪਸ਼ਟ ਲੋਕਾਂ ਨੂੰ ਨਹੀਂ ਸਾਹਮਣੇ ਆ ਰਿਹਾ ਤੇ ਪੰਜਾਬ ਸਰਕਾਰ ਦਾ ਇਸ ਗੱਲ ਦੇ ਉੱਤੇ ਚੁੱਪ ਰਹਿ ਜਾਣਾ ਜਿਹੜਾ ਹੈ ਇਹ ਲੋਕਾਂ ਨੂੰ ਸ਼ੰਕਾ ਦੇ ਵਿੱਚ ਪਾ ਰਿਹਾ ਆ। ਤੇ ਜਿਹੜਾ ਜਲੰਧਰ ਜਿਮਨੀ ਚੋਣ ਦੀ ਗੱਲ ਕਰ ਰਹੇ ਨੇ, ਅਸੀਂ ਵੀ ਜਿਮਨੀ ਚੋਣਾਂ 'ਚ ਬੈਠੇ ਆ
ਅਸੀਂ ਵੀ ਇੱਥੇ ਆਪਣੀਆਂ ਡਿਊਟੀਆਂ ਜਿਹੜੀਆਂ ਪਾਰਟੀ ਵੱਲੋਂ ਲਗਾਈਆਂ ਉਹ ਕਰ ਰਹੇ ਨੇ। ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਕੋਈ ਡਿਬੇਟ ਨੂੰ ਜਾਂ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੂੰ ਆ ਕੇ ਜਵਾਬ ਦੇਣਾ ਚਾਹੀਦਾ ਸੀਗਾ ਉਹਨਾਂ ਦੇ ਨਾਲ ਅਸੀਂ ਕੋਈ ਸਵਾਲ ਜਵਾਬ ਕਰ ਪਾਉਂਦੇ, ਉਹ ਨਹੀਂ ਆਏ। ਤਾਂ ਇਹਦਾ ਮਤਲਬ ਕਿ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਨਰਵਾਲ ਸਾਹਿਬ ਸਿਹਤ ਮੰਤਰੀ ਉੱਥੇ ਜਾ ਕੇ ਆਏ ਆ, ਪੂਰਾ ਅਮਲਾ ਉੱਥੇ ਲੱਗਿਆ ਹੋਇਆ, ਉਹਨਾਂ ਦੇ ਲੋਕਲ ਐਮਐਲਏ ਸਾਰੇ ਉੱਥੇ ਹੈ। ਨਰਵਾਲ ਸਾਹਿਬ ਉਹਨਾਂ ਤੋਂ ਹੋਰ ਕੀ ਪੁੱਛਣਾ ਹੈ ਤੁਸੀਂ? ਚਲੋ ਮੈਂ ਮੰਨਦਾ ਗੱਲ ਤੁਹਾਡੀ, ਉਹ ਡਿਬੇਟ ਵਿੱਚ ਨਹੀਂ ਆਏਗੇ, ਪਰ ਕੀ ਸਵਾਲ ਪੁੱਛਣਾ ਹੈ ਤੁਸੀਂ ਉਹਨਾਂ ਤੋਂ? ਨਹੀਂ, ਉਹਨਾਂ ਤੋਂ ਪੁੱਛਣਾ ਕਿ ਇਸ ਚੀਜ਼ ਦੇ ਉੱਤੇ ਅੱਗੇ ਕਾਰਵਾਈ ਕੀ ਕਰ ਰਹੇ ਨੇ। ਕੀ 2 ਲੱਖ ਰੁਪਇਆ ਇਨਫ ਹੈ? 2 ਲੱਖ ਰੁਪਏ ਦੇ ਨਾਲ ਇੱਕ ਐਮਐਲਏ ਜਿਹੜਾ ਉਹ ਆਪਣਾ ਘਰ ਚਲਾ ਸਕਦਾ? ਜਿਹੜੇ ਕਹਿੰਦੇ ਸੀ ਅਸੀਂ ਆਮ ਪਰਿਵਾਰਾਂ ਦੇ ਵਿੱਚੋਂ ਆਏ ਹਾਂ, 2 ਲੱਖ ਰੁਪਈਆ ਅੱਜ ਦੇ ਮਹਿੰਗਾਈ ਦੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਕੰਪਨਸੇਸ਼ਨ ਇਨਫ ਹੈਗੀ ਆ? 2 ਲੱਖ ਦੇ ਨਾਲ ਉਹ ਆਪਣਾ ਰੋਟੀ ਪਾਣੀ ਗੁਜ਼ਾਰਾ ਕਰ ਲੈਣਗੇ? ਇਦਾਂ ਦੇ ਸਦਮੇ ਚੋਂ ਨਿਕਲਣ ਦੇ ਲਈ ਹਰ ਪਰਿਵਾਰ ਨੂੰ ਘੱਟੋ ਘੱਟ 2-2 3-3 ਸਾਲ ਲੱਗ ਜਾਣੇ ਨੇ। ਤਾਂ 2 ਲੱਖ ਰੁਪਏ ਨਾਲ ਉਹਨਾਂ ਦੇ ਪਰਿਵਾਰਾਂ ਦਾ ਕੁਝ ਬਣਨਾ ਨਹੀਂ। ਉਹ 2 ਲੱਖ ਰੁਪਏ ਤਾਂ ਉਹਨਾਂ ਦਾ 4 ਮਹੀਨਿਆਂ ਦੇ ਵਿੱਚ ਜੇ ਘੱਟ ਖਰਚਾ ਕਰਨ ਨਾਲ ਵੀ ਹੋਏ, 25,000 ਵੀ ਮਹੀਨੇ ਦਾ ਖਰਚਾ ਹੋਇਆ ਤਾਂ 4 ਮਹੀਨਿਆਂ ਦੇ ਵਿੱਚ ਉਹਨਾਂ ਦਾ ਖਰਚ ਹੋ ਜਾਣਾ। ਨਰਵਾਲ ਸਾਹਿਬ ਤੁਸੀਂ ਵੈਲਕਮ ਕਰਦੇ ਹੋ ਜਿਹੜੀ ਸੈਂਟਰ ਨੇ ਵੀ ਮਦਦ ਕੀਤੀ ਹੈ ਕਿ ਨਹੀਂ ਵੈਲਕਮ ਕਰਦੇ? ਨਹੀਂ, ਦੇਖੋ ਜਿਹੜੀ ਸੈਂਟਰ ਨੇ ਮਦਦ ਕੀਤੀ ਹੈ, ਸੈਂਟਰ ਦਾ ਫਰਜ਼ ਹੈ ਕਿ ਮਦਦ ਕਰਨਾ। ਜੇ ਇਦਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਜੇ ਸੈਂਟਰ ਨੇ ਮਦਦ ਕੀਤੀ ਹੈ ਵਧੀਆ ਗੱਲ ਹੈ। ਸੋ ਇਹਦੇ ਵਿੱਚ ਪਰ ਗੱਲ ਇਹ ਹੈ ਕਿ ਇਹ ਮਦਦ ਕਾਫੀ ਨਹੀਂ ਹੈ। ਲੋਕਾਂ ਨੂੰ ਜਿਹੜੀ ਹੈ ਵੱਧ ਤੋਂ ਵੱਧ ਮਦਦ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਜਿਹੜਾ ਆਉਣ ਵਾਲੀ ਜ਼ਿੰਦਗੀ ਆ ਉਹਨੂੰ ਅੱਛੇ ਤਰੀਕੇ ਦੇ ਨਾਲ ਜੀ ਸਕਣ। ਨਾਰਾਇਣ ਸਾਹਿਬ ਤੁਸੀਂ ਸਟੇਟ ਗਵਰਨਮੈਂਟ ਤੋਂ ਹੋਰ ਡਿਮਾਂਡ ਕਰਦੇ ਹੋ ਕੰਪਨਸੇਸ਼ਨ ਦੀ ਜਾਂ ਸੈਂਟਰ ਗਵਰਨਮੈਂਟ ਨੂੰ ਕਹੋਗੇ ਤੁਸੀਂ? ਦੇਖੋ KP ਜੀ, ਸਟੇਟ ਦਾ ਇਸ਼ੂ ਆ, ਇਹਦੇ ਤੇ ਸਟੇਟ ਨੂੰ ਹੀ ਕੰਪਨਸੇਸ਼ਨ ਐਨਹਾਂਸ ਕਰਨੀ ਪੈਣੀ। ਔਰ ਅਸੀਂ ਜਿਵੇਂ ਬਾਕੀ ਪ੍ਰਵਕਤਾ ਕਹਿ ਰਹੇ ਨੇ, ਅਸੀਂ ਵੀ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਇਹਦੇ ਜਿਹੜਾ ਵਾ ਇਹਦੇ 'ਚ ਕੰਪਨਸੇਸ਼ਨ ਵਧਾਈ ਜਾਵੇ। ਦੇਖੋ ਜਿਹੜੀ ਇਹ ਸਰਕਾਰ ਫਜ਼ੂਲ ਦੇ ਇਸ਼ਤਿਹਾਰਾਂ ਤੇ, ਫਜ਼ੂਲ ਦੇ ਸੋਸ਼ਲ ਮੀਡੀਆ ਤੇ, ਆਪਣੀ ਐਡਵਰਟਾਈਜ਼ਮੈਂਟ ਤੇ, ਕੇਜਰੀਵਾਲ ਸਾਹਿਬ ਦੀ ਨੁਟੰਕੀ ਚਮਕਾਉਣ ਤੇ ਇੰਨੇ ਪੈਸੇ ਖਰਚਦੀ ਆ, ਤੇ ਜੇ ਕੁਝ ਪੈਸੇ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁਝ ਗਏ ਨੇ ਉਹਨਾਂ ਨੂੰ ਦੇ ਦੇਗੀ ਤਾਂ ਉਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ। ਇਹ ਸਰਕਾਰ ਦੀ ਐਡਵਰਟਾਈਜ਼ਮੈਂਟ ਵਾਲੇ ਫੰਡ 'ਚ ਉਹਦੇ ਤੇ ਇਹਨਾਂ ਨੂੰ ਕੀ ਫਰਕ ਹੈਗਾ ਆ? ਇਹਨਾਂ ਨੇ ਤਾਂ ਰੋਜ਼ ਇਹੀ। ਠੀਕ ਹੈ। ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲੈਣਾ, ਵਕਫੇ ਤੋਂ ਵਾਪਸ ਆਵਾਂ ਕਿ ਇਹਦੀ ਵਜ੍ਹਾ ਕੀ ਹੈ, ਇਹਦੇ ਗੁਨੇਗਾਰ ਕੌਣ ਹੈ? ਕਿ ਵੱਡੀ ਮੱਛੀਆਂ ਨੂੰ ਹੱਥ ਪਵੇਗਾ ਜੇ ਇੰਡਸਟਰੀ ਲੀਕੇਜ ਹੈਗੀ ਹੈ ਜਾਂ ਜਾਂਚ ਵਿੱਚ ਕੁਝ ਹੋਰ ਜਿਹੜਾ ਨਿਕਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ? ਉੱਥੇ ਜੋ ਪ੍ਰਸ਼ਾਸਨ ਕੰਮ ਕਰਦਾ ਪਿਆ ਹੈਗਾ ਉਸ ਦੀ ਰਿਪੋਰਟਿੰਗ ਹੈ ਜਿਹੜੀ ਸਾਡਾ ਚੈਨਲ ਲਗਾਤਾਰ ਕਰਦਾ ਪਿਆ, ਤੇ ਸਾਡੇ ਰਿਪੋਰਟਰ ਵੀ ਇਸ ਵਕਤ ਸਾਡੇ ਨਾਲ ਮੌਜੂਦ ਹੈਗੇ। ਵਾਪਸ ਆ ਰਹੇ ਸਵਾਲ ਉਹਨਾਂ ਤੋਂ ਵੀ ਹੋਵੇਗਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਲੁਧਿਆਣਾ 'ਚ ਜ਼ਹਿਰੀਲੀ ਗੈਸ ਕਾਂਡ ਦੀ ਜਾਂਚ ਤੇ ਹੁਣ ਤੱਕ ਕਿਹੜੇ ਸਵਾਲ ਬਾਕੀ? ਨਰਿੰਦਰ ਕੁਮਾਰ, ਇਹ ਇੰਡਸਟਰੀ ਲੀਕੇਜ ਦਾ ਇੱਕ ਸ਼ੱਕ ਜਤਾਇਆ ਜਾ ਰਿਹਾ, ਜਿਹੜੇ ਸਪੋਕਸਪਰਸਨ ਆਪਣੇ ਨਾਲ ਬੈਠੇ ਆ, ਉੱਥੇ ਇਹੋ ਜਿਹੀ ਕੋਈ ਗੱਲਬਾਤ ਚੱਲਦੀ ਵੀ ਇੰਡਸਟਰੀ ਲੀਕੇਜ ਹੋ ਸਕਦੀ ਹੈ? ਦੇਖੋ ਹਾਲੇ ਵੀ ਇਹ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਮੈਂ ਪਹਿਲਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੇ ਜਿਹੜੇ ਡੀਵੀਆਰ ਨੇ ਉਹ ਸਾਰੇ ਪੁਲਿਸ ਨੇ ਆਪਣੇ ਕਬਜ਼ੇ 'ਚ ਲਿੱਤੇ ਨੇ। ਪੁਲਿਸ ਕਹਿ ਰਹੀ ਹੈ ਕਿ ਸੀਵਰੇਜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਕੈਮੀਕਲ ਨਹੀਂ ਮਿਕਸ ਕੀਤਾ, ਯਾਨੀ ਕਿ ਜਿੱਥੋਂ ਪਾਈਪ ਤੋਂ ਲੀਕੇਜ ਹੋਈ ਆ ਉੱਥੇ ਕਿਸੇ ਨੇ ਵੀ ਕੋਈ ਮਿਕਸ ਨਹੀਂ ਕੀਤਾ। ਪਰ ਇੱਥੇ ਸਵਾਲ ਇਹ ਖੜੇ ਹੋ ਜਾਂਦੇ ਨੇ, ਜਦੋਂ ਵੀ ਵੱਡੇ ਪੱਧਰ ਤੇ ਚੈਕਿੰਗ ਹੁੰਦੀ ਆ ਤਾਂ ਉਹਦੇ 'ਚ ਸੀਵਰੇਜ ਜਿਹੜੀਆਂ ਪਾਈਪਾਂ ਵਾ ਉਹ ਮੇਨ ਹੋਲ ਦੇ ਨਾਲ ਮਿਲੀਆਂ ਹੁੰਦੀਆਂ, ਯਾਨੀ ਕਿ ਜਿਹੜੀ ਫੈਕਟਰੀ ਤੋਂ ਜਿਹੜੀ ਪਾਈਪ ਆ ਰਹੀ ਸੀਵਰੇਜ ਦੀ ਉਹ ਮੇਨ ਹੋਲ ਦੇ ਵਿੱਚ ਮਿਕਸ ਕੀਤੀ ਹੁੰਦੀ ਆ। ਇਹ ਜਦੋਂ ਮੇਨ ਹੋਲ ਨੂੰ ਜਦੋਂ ਜਾਂਚ ਕੀਤੀ ਜਾਂਦੀ ਹੈ, ਉਸਦੀ ਕਟਾਈ ਕੀਤੀ ਜਾਂਦੀ, ਉਦੋਂ ਪਤਾ ਚੱਲਦਾ ਕਿ ਇਹਦੇ ਵਿੱਚ ਪਾਈਪਾਂ ਮਿਕਸ ਹੋਈਆਂ। ਬੁੱਢੇ ਦਰਿਆ ਦਾ ਜੇ ਮਾਮਲਾ ਵਾ, ਬੁੱਢੇ ਦਰਿਆ ਦੀ ਕਮੇਟੀਆਂ ਕਈ ਬਣੀਆਂ ਪਰ ਕਈ ਵਾਰੀ ਅਸਤੀਫਾ ਦੇ ਕੇ ਚਲੇ ਗਏ। ਵੱਡੇ ਲੋਕ ਜਿਹੜੀ ਕਮੇਟੀ ਦੇ ਵਿੱਚ ਸ਼ਾਮਲ ਸੀਗੇ ਉਹ ਅਸਤੀਫਾ ਦੇ ਕੇ ਚਲੇ ਗਏ ਕਿਉਂਕਿ ਇੰਡਸਟਰੀ ਦੇ ਲੋਕ ਜਿਹੜੇ ਨੇ ਉਹ ਸਰਕਾਰਾਂ ਨਾਲ ਮਿਲੇ ਹੋਏ ਨੇ, ਜਿਹੜੀ ਪੋਲਿਊਸ਼ਨ ਬੋਰਡ ਉਹਨਾਂ ਨਾਲ ਮਿਲੇ ਹੋਏ ਨੇ। ਪੈਸਾ ਖਵਾਇਆ ਜਾਂਦਾ ਵਾ ਤਾਂ ਕਮੇਟੀਆਂ ਦੇ ਜਿਹੜੇ ਆਗੂ ਨੇ ਉਹ ਅਸਤੀਫਾ ਦੇ ਕੇ ਚਲੇ ਜਾਂਦੇ ਨੇ, ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ ਉਹ ਅਸਤੀਫਾ ਦੇ ਕੇ ਚਲਾ ਜਾਂਦਾ ਵਾ। ਪਰ ਇੱਥੇ ਸਵਾਲ ਖੜਾ ਹੁੰਦਾ ਕਿ ਇਹ ਕੈਮੀਕਲ ਕਿਸ ਤਰ੍ਹਾਂ ਮਿਕਸ ਹੋਇਆ। ਅੱਜ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਅਸੀਂ ਕੈਮਰੇ ਦੀ ਚੈਕਿੰਗ ਕੀਤੀ, ਉਹਦੇ ਨਾਲ ਸਾਨੂੰ ਕੋਈ ਨਜ਼ਰ ਨਹੀਂ ਆਇਆ, ਪਰ ਇਹ ਪਾਈਪਾਂ ਕੀ ਇਹਦੇ ਚ ਮਿਕਸ ਹੈਗੀਆਂ, ਪਾਈਪਾਂ ਦੇ ਨਾਲ ਫੈਕਟਰੀ ਤੋਂ ਕੈਮੀਕਲ ਜਿਹੜਾ ਵਾ ਸੀਵਰੇਜ ਦੇ ਵਿੱਚ ਮਿਕਸ ਕੀਤਾ ਜਾ ਰਿਹਾ ਵਾ, ਇਹ ਇੱਕ ਸਵਾਲ ਹੈਗਾ ਵਾ। ਨਰਿੰਦਰ, ਜਿਹੜਾ ਹਾਈਡਰੋਜਨ ਸਲਫਾਈਡ ਦਾ ਤੁਸੀਂ ਕਹਿ ਰਹੇ ਹੋ ਕਿ ਹਜੇ ਤੱਕ ਕੋਈ ਉਹਦੇ ਬਾਰੇ ਕੋਈ ਪੁਖਤਾ ਸਬੂਤ ਨਹੀਂ ਹੈਗੇ, ਪਰ ਜਿਹੜੀ ਪੋਲੀਟੀਕਲ ਪਾਰਟੀਆਂ ਹੈਗੀਆਂ ਉਹ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਗੱਲ ਕਹਿ ਰਹੀਆਂ, ਉੱਥੇ ਸੈਂਪਲ ਦੇ ਵਿੱਚ ਕੋਈ ਹਾਈਡਰੋਜਨ ਸਲਫਾਈਡ ਦਾ ਜ਼ਿਕਰ ਹੋਇਆ ਜਾਂ ਨਹੀਂ ਹੋਇਆ ਹਜੇ ਤੱਕ? ਦੇਖੋ ਹਲੇ ਸੈਂਪਲ ਲਿੱਤੇ ਗਏ ਨੇ, ਸੈਂਪਲ ਦੀ ਰਿਪੋਰਟ ਕਦੋਂ ਆਵੇਗੀ ਇਹ ਵੀ ਇੱਕ ਹਲੇ ਸਵਾਲ ਖੜਾ ਹੁੰਦਾ ਵਾ।
ਹਰ ਇੱਕ ਵਾਰੀ ਕੋਈ ਕਾਰਨ ਹੁੰਦਾ ਵਾ, ਕਿਤੇ ਵੀ ਕੋਈ ਕਾਰਨ ਹੋ ਜਾਂਦਾ ਵਾ ਤੇ ਸੈਂਪਲ ਜ਼ਰੂਰ ਲੈ ਲਿੱਤੇ ਜਾਂਦੇ ਨੇ। ਸੈਂਪਲਾਂ ਦੇ ਜਿਹੜੇ ਰਿਪੋਰਟਾਂ ਵਾ ਕਦੋਂ ਆਉਣੀਆਂ, ਉਸ ਤੋਂ ਬਾਅਦ ਹੀ ਕਲੀਅਰ ਹੋ ਜਾਏਗਾ ਕਿ ਇਹਦੇ ਚ ਕਿਹੜੀ ਗੈਸ ਜਿਹੜੀ ਉਹ ਹੈਗੀ ਹੈ ਮਿਕਸ। ਸੋ ਇਸ ਸੈਂਪਲ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ। ਵੱਖ-ਵੱਖ ਜਿਹੜੇ ਸੈਂਪਲ ਜਿਹੜੇ ਪੁਆਇੰਟ ਆ ਉੱਥੇ ਸੈਂਪਲ ਭੇਜਣਗੇ ਨੇ, ਉੱਥੋਂ ਰਿਪੋਰਟ ਆਉਣਗੀਆਂ, ਉਸ ਤੋਂ ਬਾਅਦ ਹੀ ਪਤਾ ਲੱਗ ਪਾਏਗਾ ਕਿ ਇਹਦੇ ਚ ਕਿਹੜੀ ਗੈਸ ਜਿਹੜੀ ਉਹ ਮਿਕਸ ਕੀਤੀ ਗਈ ਹੈ। ਨਰਿੰਦਰ, ਕੀ ਮੁੱਢਲੀ ਜਾਂਚ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਇੰਡਸਟਰੀ ਦੀ ਜਿਹੜੀ ਵੇਸਟੇਜ ਹੈ ਉਹ ਇਸ ਹੋਲ ਵਿੱਚ ਜਾਂਦੀ ਸੀ ਜਾਂ ਨਹੀਂ? ਦੇਖੋ, ਪ੍ਰਸ਼ਾਸਨ ਨੇ ਵੀ ਹਲੇ ਪੂਰੀ ਤਰ੍ਹਾਂ ਕਲੀਅਰ ਨਹੀਂ ਕੀਤਾ ਕਿ ਇਹ ਇੰਡਸਟਰੀ ਦੀ ਵੇਸਟੇਜ ਇਹਦੇ ਚ ਜਾਂਦੀ ਸੀ ਕਿ ਨਹੀਂ। ਜਿਵੇਂ ਮੈਂ ਪਹਿਲਾਂ ਕਿਹਾ ਕਿ ਕੈਮਰੇ 'ਚ ਤਾਂ ਕੁਝ ਨਜ਼ਰ ਨਹੀਂ ਆਇਆ ਪੁਲਿਸ ਨੂੰ ਕਿ ਇਹ ਪਾਈਪਾਂ ਜਿਹੜੀਆਂ ਫੈਕਟਰੀ ਤੋਂ ਜਿਹੜੀਆਂ ਸੀਵਰੇਜ ਦੀ ਪਾਈਪਾਂ ਦੇ ਵਿੱਚ ਮਿਕਸ ਕੀਤਾ ਜਾਂਦਾ ਵਾ। ਇਹ ਜਾਂਚ ਹੋਣੀ ਹੈਗੀ ਆ। ਪੋਲਿਊਸ਼ਨ ਬੋਰਡ ਦੀਆਂ ਸਾਰੀਆਂ ਹੀ ਟੀਮਾਂ, ਪੰਜਾਬ ਦੀਆਂ ਸਾਰੀਆਂ ਟੀਮਾਂ ਅੱਜ ਲੁਧਿਆਣਾ ਦੇ ਵਿੱਚ ਬੁਲਾਈਆਂ ਗਈਆਂ ਨੇ। ਉਹ ਸੈਂਪਲ ਲੈ ਰਹੀਆਂ ਨੇ, ਹਰ ਇੱਕ ਫੈਕਟਰੀ ਦੇ ਸੈਂਪਲ ਲਿੱਤਾ ਜਾ ਰਿਹਾ ਵਾ। ਉਹ ਜਿਹੜੇ ਮੇਨ ਹੋਲ ਨੇ, ਜਿੱਥੋਂ ਮੇਨ ਹੋਲ ਦੇ ਨਾਲ ਪਾਈਪਾਂ ਅਟੈਚ ਹੁੰਦੀਆਂ ਸੀਵਰੇਜ ਦੀਆਂ, ਉਹਦੇ ਸੈਂਪਲ ਜਿਹੜੇ ਅੱਜ ਪੋਲਿਊਸ਼ਨ ਬੋਰਡ ਲੈ ਰਿਹਾ ਵਾ। ਲੋਕੇਸ਼ ਨਾਰੰਗ ਸਾਹਿਬ, ਇੱਕ ਸਵਾਲ ਇਹ ਉੱਠਦਾ ਪਿਆ ਕਿ ਇੰਡਸਟਰੀਲਿਸਟ ਹੈ ਉਹ ਬੜੇ ਪਾਵਰਫੁਲ ਹੁੰਦੇ ਆ, ਤੇ ਕੀ ਇਹ ਸਾਰੇ ਇੰਡਸਟਰੀਲਿਸਟ ਪਾਵਰਫੁਲ ਹੁੰਦੇ ਆ ਨਾਰੰਗ ਸਾਹਿਬ? ਦੇਖੋ, ਇਹ ਤਾਂ ਜਾਂਚ ਦਾ ਵਿਸ਼ੇ ਹੈ KP ਜੀ, ਇਹਦੇ ਤੇ ਆਪਾਂ ਕਿਸੇ ਤੇ ਕਮੈਂਟ ਨਹੀਂ ਕਰਨਾ, ਪਰ ਪੁਲਿਸ ਨੂੰ ਇਹਦੇ ਵਿੱਚ ਨਿਊਟਰਲ ਜਿਹੜੀ ਆ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ। ਜਿਹੜਾ ਗੁਨੇਗਾਰ ਆ, ਜਿੰਨਾ ਵੀ ਮਰਜ਼ੀ ਰਸੂਖਦਾਰ ਹੋਵੇ, ਤੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਜੇ ਇਹਨਾਂ ਕੋਈ ਜਾਂਚ ਨਹੀਂ ਹੁੰਦੀ ਤਾਂ ਸਟੇਟ ਜਦੋਂ ਆਪਣੀ ਇਨਐਬਿਲਿਟੀ ਐਕਸਪ੍ਰੈਸ ਕਰ ਦੂਗੀ ਤਾਂ ਫਿਰ ਕੇਂਦਰ ਸਰਕਾਰ ਦਖਲ ਦੇ ਸਕਦੀ ਆ। ਪਰ ਹੱਲੇ ਸਟੇਟ ਨੂੰ ਇਹਦੇ 'ਚ ਜਾਂਚ ਕਰਨੀ ਚਾਹੀਦੀ ਆ। ਜਿਹੜੇ ਦੋਸ਼ੀ ਆ ਉਹ ਸਾਹਮਣੇ ਲਿਆਉਣੇ ਚਾਹੀਦੇ ਆ, ਔਰ ਛੇਤੀ ਜਨਤਕ ਕਰਨੇ ਚਾਹੀਦੇ ਆ, ਕਿਉਂਕਿ ਨਹੀਂ ਤਾਂ ਇਹ ਸਬੂਤ ਮਿਟਾ ਦੇਣਗੇ। ਆਪਣਾ 304 ਦਾ ਕੇਸ ਕਦੀ ਕੋਰਟ 'ਚ ਸਾਬਤ ਹੀ ਨਹੀਂ ਕਰ ਪਾਣਗੇ ਜਿੰਨਾ ਇਹ ਡਿਲੇ ਕਰਨ। ਨਾਰੰਗ ਸਾਹਿਬ, ਤੁਹਾਨੂੰ ਇਹ ਲੱਗਦਾ ਕਿ ਵੱਡੇ ਇੰਡਸਟਰੀਜ਼ ਆ ਜਿਹੜੇ ਉਹ ਸਰਕਾਰ ਦੇ ਨਾਲ ਮਿਲ ਕੇ ਇਹੋ ਜਿਹਾ ਕੰਮ ਕਰਦੇ ਆ ਕਿ ਜਾਂਚ ਨੂੰ ਵੀ ਪ੍ਰਭਾਵਿਤ ਕਰ ਦਿੰਦੇ ਆ? ਨਾਰੰਗ ਸਾਹਿਬ, ਦੇਖੋ KP ਜੀ, ਇਹ ਤਾਂ ਹੁਣ ਸਰਕਾਰ ਦੀ ਜਿਹੜੀ ਵਿਲ ਪਾਵਰ ਆ ਉਸ ਤੇ ਡਿਪੈਂਡ ਕਰਦਾ। ਜੇ ਸਰਕਾਰ ਹੀ ਅੱਧੇ ਕਮਾਨ ਨਾਲ ਇਨਵੈਸਟੀਗੇਸ਼ਨ ਕਰਨਾ ਚਾਹੇਗੀ ਤਾਂ ਫਿਰ ਇਹੀ ਕੁਝ ਹੋਣਾ ਆ। ਤੇ ਜੇ ਸਰਕਾਰ ਚਾਹੇਗੀ ਕਿ ਜਿਹੜੇ ਅਸਲ ਦੋਸ਼ੀ ਨੇ ਉਹ ਜਿੰਨਾ ਮਰਜ਼ੀ ਰਸੂਖਦਾਰ ਹੋਵੇ ਉਹ ਸਾਹਮਣੇ ਆਵੇ, ਤਾਂ ਕੋਈ ਕਾਰਵਾਈ ਕਰਨ ਤੋਂ ਰੋਕ ਨਹੀਂ ਸਕਦਾ। ਪਰਮਵੀਰ, ਤੁਸੀਂ ਤਾਂ ਖੁਦ ਵਕੀਲ ਵੀ ਹੋ, ਨਾਰੰਗ ਸਾਹਿਬ ਵੀ ਵਕੀਲ ਹੈ। ਇਹ 304 ਜਿਹੜੀ ਦਫਾ ਲਾਈ ਗਈ ਹੈ, ਤੁਹਾਨੂੰ ਲੱਗਦਾ ਕਿ ਇਹ ਸਫੀਸ਼ੀਐਂਟ ਹੈ? ਨਹੀਂ, ਦੇਖੋ, ਹਲੇ ਤਾਂ ਮੈਂ ਇੱਕ ਗੱਲ ਕਹਾਂ ਵੀ ਇਹ ਵਿਲਫੁਲ ਐਕਟ ਨਹੀਂ ਹੈਗਾ ਸਰਕਾਰ ਦਾ। ਦੇਖੋ, ਅੱਜ ਅਸੀਂ ਦੂਸਰੇ ਦਿਨ ਦੇ ਵਿੱਚ ਖਤਮ ਹੋਣ ਵਾਲਾ ਅਸੀਂ ਪਹੁੰਚ ਚੁੱਕੇ ਹਾਂ, ਤੇ ਹਾਲ ਤੱਕ ਇਹੀ ਆਇਡੈਂਟੀਫਿਕੇਸ਼ਨ ਨਹੀਂ ਹੋ ਰਹੀ ਵੀ ਇਹ ਇੰਡਸਟਰੀਅਲ ਲੀਕ ਹੈ ਕਿ ਸੀਵਰੇਜ ਦੇ ਵਿੱਚ ਜਿਹੜੀ ਗੈਸ ਹੈ ਉਹਦੇ ਕਰਕੇ ਲੀਕੇਜ ਹੋਈ ਹੈ। ਔਰ ਅਗਰ ਤੁਸੀਂ ਪੁਲਿਸ ਕਮਿਸ਼ਨਰ ਦੀ ਵੀ ਅਗਰ ਜਿਹੜੀ ਬਾਈਟ ਹੈ ਸੁਣੀ ਹੋਣੀ ਹੈ, ਤਾਂ ਉਹ ਵੀ ਕਹਿ ਰਹੇ ਆ ਵੀ ਸਾਨੂੰ ਜਿਹੜੀ ਪੋਲਿਊਸ਼ਨ ਕੰਟਰੋਲ ਬੋਰਡ ਹੈ ਪ੍ਰੋਪਰਲੀ ਸਾਨੂੰ ਹੈਲਪ ਨਹੀਂ ਕਰ ਰਹੀ ਹੈ, ਇਨਵੈਸਟੀਗੇਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੀ। ਤਾਂ ਸਾਰਿਆਂ ਨਾਲੋਂ ਪਹਿਲਾਂ ਤਾਂ ਦੇਖੋ, ਸਰਕਾਰ ਨੂੰ ਇਹ ਚਾਹੀਦਾ ਹੈ ਵੀ ਇਹ ਜਿਹੜਾ ਐਕਟ ਹੈ, ਜਿਹੜੀ ਇਨਵੈਸਟੀਗੇਸ਼ਨ ਹੈ, ਇਹ ਬਿਲਕੁਲ ਫ੍ਰੀ ਐਂਡ ਫੇਅਰ ਹੋਣੀ ਚਾਹੀਦੀ ਹੈ। ਔਰ ਅਗਰ ਪੋਲਿਊਸ਼ਨ ਕੰਟਰੋਲ ਬੋਰਡ ਇਹਦੇ ਚ ਇਨਵੈਸਟੀਗੇਸ਼ਨ ਚ ਪਾਰਟ ਨਹੀਂ ਕਰ ਰਿਹਾ ਤਾਂ 307 ਦਾ ਉਹਨਾਂ ਦੇ ਵੀ ਉੱਪਰ ਵੀ ਨਾਲ ਚਾਰਜ ਲਗਾਉਣੇ ਚਾਹੀਦੇ ਆ। ਕਿਉਂਕਿ ਦੇਖੋ, ਦੋਨੋਂ ਪਾਸੇ ਸਰਕਾਰ ਜਿਹੜੀ ਹੈਗੀ ਹੈ, ਅਗਰ ਸੀਵਰੇਜ ਦੇ ਵਿੱਚ ਇਹ ਗੈਸ ਉਪਲਬਧ ਹੋਈ ਹੈ ਜਾਂ ਸੀਵਰੇਜ ਦੇ ਵਿੱਚ ਇਹ ਪ੍ਰੋਡਿਊਸ ਹੋਈ ਹੈ, ਤੇ ਉਹਦੇ ਲਈ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਪ੍ਰੋਪਰਲੀ ਸੀਵਰੇਜ ਕਲੀਨ ਕਿਉਂ ਨਹੀਂ ਕੀਤਾ। ਪਰਮਵੀਰ, ਡਿਬੇਟ 'ਚ ਬਹਿ ਕੇ ਇਹ ਗੱਲ ਕਹਿਣੀ ਬੜੀ ਸੌਖੀ ਹੈ ਕਿ 307 ਦਾ ਪਰਚਾ ਉਹਨਾਂ ਤੇ ਵੀ ਹੋਣਾ ਚਾਹੀਦਾ। ਇਹ ਵਾਇਬਲ ਹੈਗਾ? ਹੁੰਦਾ ਹੈ ਅਧਿਕਾਰੀਆਂ ਤੇ ਪਰਚਾ ਇਦਾਂ ਦਾ? ਦੇਖੋ, ਅਗਰ ਅਧਿਕਾਰੀ ਕਿਸੇ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ, ਇਨਵੈਸਟੀਗੇਸ਼ਨ ਅਗਰ ਹੋ ਰਹੀ ਹੈ, ਅਗਰ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਸਾਨੂੰ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕਰ ਰਹੇ, ਤੇ ਐਜ਼ ਅ ਕਨਸਪੀਰੇਟਰ ਉਹਨਾਂ ਤੇ ਵੀ ਪਰਚਾ ਹੋ ਸਕਦਾ ਹੈ। ਦੇਖੋ, ਇੱਥੇ ਗੱਲ ਲੀਕੇਜ ਦੀ ਨਹੀਂ ਹੈ, ਗੱਲ ਹੈ ਮੌਤ। ਜਿਹੜੇ 11 ਸਾਡੇ ਪੰਜਾਬ ਦੇ ਜਿਹੜੇ ਹੈਗੇ ਆ, ਜਿਹੜੇ ਨੌਜਵਾਨ ਸੀ ਜਾਂ ਉਹਨਾਂ ਦੇ ਪਰਿਵਾਰ ਸੀ ਜਿਨ੍ਹਾਂ ਦੀ ਮੌਤ ਹੋਈ ਹੈ, ਔਰ ਅਗਰ ਅਸੀਂ ਕਿਸੇ ਨੂੰ ਛੁਪਾ ਰਹੇ ਹਾਂ, ਕਿਸੇ ਦੀ ਹੈਲਪ ਕਰ ਰਹੇ ਹਾਂ, ਤੇ ਉਹਨਾਂ ਤੇ ਵੀ ਪੁਖਤਾ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ। ਦੂਸਰੀ ਗੱਲ, ਸਰਕਾਰ ਦੋਨੋਂ ਪਾਸੇ ਘਿਰੀ ਹੋਈ ਹੈ, ਕਿਉਂਕਿ ਪੋਲਿਊਸ਼ਨ ਕੰਟਰੋਲ ਬੋਰਡ ਕਿਤੇ ਨਾ ਕਿਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਸੀਵਰੇਜ ਦੀ ਲੀਕੇਜ ਹੈ। NDRF ਇਹ ਕਹਿ ਰਹੀ ਹੈ ਵੀ ਸ਼ਾਇਦ ਇਹ ਇੰਡਸਟਰੀਅਲ ਲੀਕ ਹੋਣਾ ਚਾਹੀਦਾ ਹੈ। ਤਾਂ ਇਹ ਜਿਹੜਾ ਪ੍ਰੋਪਰ ਵਿਲਫੁਲ ਐਕਟ ਹੋਣਾ ਚਾਹੀਦਾ ਸਰਕਾਰ ਦਾ, ਜਿਹੜਾ ਸਿਰਫ ਅੱਖਰਾਂ 'ਚ ਨਾ ਦਿਖੇ ਔਰ ਪ੍ਰੋਪਰਲੀ ਜ਼ਮੀਨ ਤੇ ਵੀ ਇਹ ਹਕੀਕਤ ਦੇ ਵਿੱਚ ਵੀ ਇਹ ਦਿਖੇ ਵੀ ਸਰਕਾਰ ਇਸ ਚੀਜ਼ ਨੂੰ ਲੈ ਕੇ ਸਿੰਸੀਅਰ ਹੈ, ਸੰਜੀਦਾ ਹੈ, ਔਰ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਫ੍ਰੀ ਐਂਡ ਫੇਅਰ ਤਰੀਕੇ ਨਾਲ ਹੋਣੀ ਚਾਹੀਦੀ ਹੈ। ਚਲੋ, ਹਾਂ ਨਰਵਾਲ ਸਾਹਿਬ ਬੋਲੋ, ਕੀ ਕਹਿਣਾ ਚਾਹ ਰਹੇ ਹੋ? ਦੇਖੋ ਜੀ, ਗੈਸ ਲੀਕੇਜ ਦੀ ਆਪਾਂ ਗੱਲ ਕਰ ਰਹੇ ਕਿ ਸੀਵਰੇਜ ਸਾਰੇ ਪਾਸੇ ਹੁਣ ਸੀਵਰੇਜ ਦੀ ਗੱਲ ਫੈਲ ਗਈ ਹੈ ਕਿ ਸੀਵਰੇਜ ਦੀ ਗੈਸ ਲੀਕੇਜ ਹੋਈ ਹੈ। ਪਰ ਟਾਈਮਸ ਆਫ ਇੰਡੀਆ ਦੇ ਵਿੱਚ ਜਿਹੜਾ ਕਿ CM ਭਗਵੰਤ ਮਾਨ ਦੇ ਟਵੀਟ ਦਾ ਹਵਾਲਾ ਦੇ ਰਹੇ ਕਿ CM ਭਗਵੰਤ ਮਾਨ ਕਹਿ ਰਹੇ ਨੇ ਕਿ ਇਹ ਉੱਥੇ ਜਿਹੜੀ ਨੇੜੇ ਫੈਕਟਰੀ ਹੈ ਉਹਦੇ ਵਿੱਚੋਂ ਗੈਸ ਲੀਕ ਹੋਈ ਹੈ।
ਤੇ ਉਹਦੇ ਕਰਕੇ ਜਿਹੜੀਆਂ ਡੈਥਸ ਹੋਈਆਂ ਨੇ। ਸੋ ਇਹ ਸਰਕਾਰ ਜਿਹੜੀ ਅੱਜ ਨੁਮਾਇੰਦੇ ਨਹੀਂ ਆਉਣੇ, ਅਸੀਂ ਉਹਨਾਂ ਨੂੰ ਪੁੱਛਣਾ ਸੀਗਾ ਕਿ ਇਹ ਜਿਹੜਾ ਟਾਈਮਸ ਆਫ ਇੰਡੀਆ ਦੇ ਵਿੱਚ ਸੀਐਮ ਦੇ ਟਵੀਟ ਦਾ ਹਵਾਲਾ ਦਿੱਤਾ ਜਾ ਰਿਹਾ ਆ, ਸੋ ਇਹ ਕਿਹੜੀ ਫੈਕਟਰੀ ਹੈ, ਉਸ ਬਾਰੇ ਸਰਕਾਰ ਹੁਣ ਇੱਕਦਮ ਸ਼ਾਂਤ ਕਿਉਂ ਹੋ ਗਈ ਹੈ? ਹੁਣ ਸੀਵਰੇਜ ਗੈਸ ਦਾ ਬਹਾਨਾ ਬਣਾ ਕੇ ਕਿਹੜੀ ਫੈਕਟਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਸੋ ਇਸ ਚੀਜ਼ ਦਾ ਜਵਾਬ ਜਿਹੜਾ ਆ ਕਿ ਸਾਨੂੰ ਸਰਕਾਰ ਤੋਂ ਲੈਣਾ ਬਣਦਾ, ਕਿਉਂਕਿ 11 ਬੰਦਿਆਂ ਦੀ ਮੌਤ ਹੋ ਜਾਣੀ ਤਾਂ ਇੰਨਾ ਜ਼ਹਿਰੀਲੀ ਗੈਸ ਫੈਲ ਜਾਣੀ, ਸੋ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਤੇ ਸੀਵਰੇਜ ਦੀ ਗੈਸ ਕਹਿ ਕੇ ਤਾਂ ਇਹਦੇ ਤੋਂ ਸਰਕਾਰ ਪਿੱਛਾ ਨਹੀਂ ਛੁਡਾ ਸਕਦੀ। ਨਰਵਾਲ ਸਾਹਿਬ, ਆਪਾਂ ਥੋੜੇ ਦਿਨ ਇੰਤਜ਼ਾਰ ਕਰ ਸਕਦੇ ਹਾਂ, ਇਹ ਪੂਰੀ ਇਨਕੁਆਇਰੀ ਸਾਡੇ ਸਾਹਮਣੇ ਆ ਜਾਵੇ, ਫਿਰ ਆਪਾਂ ਇਹ 'ਤੇ ਟਿੱਪਣੀ ਕਰ ਲਈਏ? ਨਹੀਂ, ਸੀਐਮ ਸਾਹਿਬ ਇਹਦੇ ਉੱਤੇ ਟਵੀਟ ਕਰ ਰਹੇ ਨੇ, ਤਾਂ ਟਵੀਟ ਕਰਕੇ ਵੀ ਸਿਰਫ ਇੱਕ ਫੈਕਟਰੀ ਦੀ ਲਾਪਰਵਾਹੀ ਦੀ ਉਹ ਗੱਲ ਕਰ ਰਹੇ ਨੇ। ਹੁਣ ਉਹ ਫੈਕਟਰੀ ਉਹੀ ਦੱਸ ਸਕਦੇ ਨੇ, ਪਰ ਉਹਦਾ ਜਿਹੜਾ ਮੁਆਵਜ਼ਾ ਹੈ ਲੋਕਾਂ ਨੂੰ ਸਿਰਫ 2 ਲੱਖ ਰੁਪਇਆ ਦਿੱਤਾ ਜਾ ਰਿਹਾ। ਇੱਕ ਇਨਸਾਨ ਦੀ ਜਾਨ ਦੀ ਕੀ ਮੰਨਿਆ ਕਿ ਉੱਥੇ ਜ਼ਿਆਦਾ ਪ੍ਰਵਾਸੀ ਮਜ਼ਦੂਰ ਨੇ। ਉੱਥੇ ਇਹ ਵੀ ਇਹਦੀ ਰਿਪੋਰਟਾਂ ਆਈਆਂ ਨੇ ਕਿ ਲੋਕ ਉੱਥੇ ਛੱਤਾਂ ਦੇ ਉੱਤੇ ਚੜ੍ਹ ਗਏ ਸੀਗੇ। ਬਹੁਤ ਹੀ ਡੈਂਸਲੀ ਪੋਪੂਲੇਟਡ ਏਰੀਆ ਕਿ ਜਿੱਥੇ ਕਿ ਲੋਕ ਬਹੁਤ ਘਣੀ ਆਬਾਦੀ ਦੇ ਵਿੱਚ ਰਹਿੰਦੇ ਨੇ, ਪਰ ਜਦੋਂ ਸੀਐਮ ਦਾ ਇਦਾਂ ਦਾ ਕੋਈ ਟਵੀਟ ਆਉਂਦਾ ਤਾਂ ਉਸ ਤੋਂ ਬਾਅਦ ਵਿੱਚ ਸਿਰਫ 2 ਲੱਖ ਰੁਪਏ। ਔਰ ਸੀਐਮ ਭਗਵੰਤ ਮਾਨ, ਸੀਐਮ ਦੀ ਪੋਸਟ ਜਿਹੜੀ ਆ ਕੋਈ ਛੋਟੀ ਪੋਸਟ ਨਹੀਂ, ਉਹ ਸਟੇਟ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਇਹ ਫੈਕਟਰੀ ਦੇ ਵਿੱਚੋਂ ਨੇੜੇ ਨੀਅਰ ਬਾਈ ਫੈਕਟਰੀ ਤੋਂ ਲੀਕ ਹੋਈ। ਠੀਕ ਨਰਿੰਦਰ, ਜਿਹੜਾ ਸਵਾਲ ਨਰਵਾਲ ਸਾਹਿਬ ਨੇ ਚੁੱਕਿਆ, ਉਹ ਜਿਹੜਾ ਸੀਐਮ ਦਾ ਟਵੀਟ ਹੈ, ਉਹ ਇਹ ਟਵੀਟ ਹੈ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਫੈਕਟਰੀ ਦੀ ਗੈਸ ਲੀਕ ਦੀ ਘਟਨਾ ਬੇਹੱਦ ਦੁਖਦਾਇਕ ਹੈ। ਇਹਦਾ ਮਤਲਬ ਸੀਐਮ ਸਾਹਿਬ ਤੱਕ ਇਹ ਜਾਣਕਾਰੀ ਹੈਗੀ ਹੈ ਕਿ ਫੈਕਟਰੀ 'ਚੋਂ ਗੈਸ ਲੀਕ ਹੋਈ ਹੈ? ਦੇਖੋ, ਅਗਰ ਜੇ ਫੈਕਟਰੀ ਤੋਂ ਗੈਸ ਲੀਕ ਹੁੰਦੀ ਤਾਂ ਆਸ-ਪਾਸ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ। ਮੈਨੂੰ ਲੱਗਦਾ ਕਿ ਇਹ ਜਲਦਬਾਜ਼ੀ 'ਚ ਜਿਹੜਾ ਟਵੀਟ ਹੈ ਜਿਹੜਾ ਵਾ ਸੀਐਮ ਸਾਹਿਬ ਵੱਲੋਂ ਕੀਤਾ ਗਿਆ ਸੀਗਾ, ਉਸ ਤੋਂ ਬਾਅਦ ਤੁਰੰਤ ਜਿਹੜੇ ਆ ਰਿਐਕਸ਼ਨ ਵੀ ਚੇਂਜ ਹੋ ਗਏ। ਸੀਵਰੇਜ ਦੀ ਜਾਂਚ, ਜਿਹੜੀ ਸੀਵਰੇਜ ਦੀ ਜਾਂਚ ਆ ਉਹ ਸ਼ੁਰੂ ਹੋ ਗਈ ਕਿ ਸੀਵਰੇਜ ਦੇ ਵਿੱਚੋਂ ਇਹ ਗੈਸ ਜਿਹੜੀ ਲੀਕੇਜ ਹੋਈ ਆ। ਸੋ ਇਹ ਪੂਰੇ ਮਾਮਲੇ 'ਚ ਹਲੇ ਵੀ ਬੜੀ ਵੱਡੀ ਜਿਹੜੀ ਆ ਕਨਫਿਊਜ਼ਨ ਆ। ਹਰ ਇੱਕ ਦੀ ਸਟੇਟਮੈਂਟ ਜਿਹੜੀ ਆ ਅਲੱਗ-ਅਲੱਗ ਹੈ। ਐਨਡੀਐਫ ਸਟੇਟਮੈਂਟ ਲੱਗਦੇ ਦੀ ਆਪਣੀ ਕਿ ਇਹ ਕਿਸ ਤਰ੍ਹਾਂ ਜਿਹੜੇ ਆ ਪੋਲੂਸ਼ਨ ਜਿਹੜੇ ਇਹ ਗੈਸ ਬਣੀ ਆ, ਜਾਂ ਜਿਹੜਾ ਪੋਲੂਸ਼ਨ ਬੋਰਡ ਆ ਉਹ ਹਲੇ ਆਪਣੀ ਜਾਂਚ ਹਲੇ ਕਰ ਰਿਹਾ ਵਾ, ਉਹਦੇ ਸੈਂਪਲ ਲੈ ਰਿਹਾ ਕਿ ਕਿੱਦਾਂ ਇਹ ਗੈਸ ਬਣੀ ਆ। ਸਭ ਤੋਂ ਵੱਡਾ ਇੱਕ ਕੱਲ ਸਵਾਲ ਇਹ ਖੜਾ ਹੋਇਆ ਸੀਗਾ ਕਿ ਜਦੋਂ 11 ਮੌਤਾਂ ਹੋਈਆਂ, ਲੋਕ ਉੱਥੇ ਡਿੱਗਦੇ ਪਏ ਸੀਗੇ, ਤਾਂ ਉਹਨਾਂ ਨੂੰ ਚੁੱਕਣਾ ਵੀ ਮੁਸ਼ਕਲ ਹੋ ਗਿਆ ਸੀ, ਕਿਉਂਕਿ ਜਿਹੜਾ ਵੀ ਇਹਦੇ ਕੋਲ ਜਾਂਦਾ ਸੀ ਉਹ ਬੇਹੋਸ਼ ਹੋ ਜਾਂਦਾ ਸੀਗਾ। ਪ੍ਰਸ਼ਾਸਨ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਕਿੱਟ ਨਹੀਂ ਸੀਗੀ। ਐਨਡੀਆਰਐਫ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਕਿਉਂਕਿ ਐਨਡੀਆਰਐਫ ਕੋਲ ਪੂਰੀ ਕਿੱਟ ਹੁੰਦੀ ਆ, ਆਕਸੀਜਨ ਕਿੱਟ ਹੁੰਦੀ ਆ, ਅੰਦਰ ਜਾ ਕੇ ਲੋਕਾਂ ਨੂੰ ਬਚਾਇਆ ਜਾ ਸਕੇ। ਇਹ ਵੀ ਇੱਕ ਵੱਡਾ ਸਵਾਲ ਹੈ ਕਿ ਪ੍ਰਸ਼ਾਸਨ ਕੋਲ ਇਹ ਵੀ ਇੰਤਜ਼ਾਮ ਨਹੀਂ ਸੀ ਕਿ ਲੋਕਾਂ ਨੂੰ ਅੰਦਰੋਂ ਜਾ ਕੇ ਬਚਾਇਆ ਜਾ ਸਕੇ। ਚਲੋ, ਮੈਂ ਇੱਕ ਛੋਟਾ ਬ੍ਰੇਕ ਲੈ ਕੇ ਨਰਵਾਲ ਸਾਹਿਬ ਵਾਪਸ ਆ ਰਿਹਾ। ਮੈਂ ਸੁਣਨਾ ਚਾਹੁੰਦਾ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਗੈਸ ਕਾਰਡ ਦੇ ਕਿੰਨੇ ਗੁਨੇਗਾਰ ਹੈ, ਕਿੱਥੇ ਕਿੱਥੇ ਨੈਗਲੀਜੈਂਸ ਹੋਈ ਹੈ, ਕੀ ਕੁਝ ਕਾਰਵਾਈ ਹੁਣ ਤੱਕ ਹੋਈ ਹੈ, ਅਸੀਂ ਸਾਰੀ ਚਰਚਾ ਕਰ ਰਹੇ ਹਾਂ, ਸਾਰੇ ਸਵਾਲ ਲੈ ਰਹੇ, ਵਾਪਸ ਆ ਰਹੇ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਲੁਧਿਆਣਾ 'ਚ ਜ਼ਹਿਰੀਲੀ ਗੈਸ ਕਾਂਡ ਦੀ ਜਾਂਚ ਤੇ ਹੁਣ ਤੱਕ ਕਿਹੜੇ ਸਵਾਲ ਬਾਕੀ ਹੈ? ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਆਏ ਨਹੀਂ, ਉਹਨਾਂ ਨੂੰ ਸੱਦਿਆ ਸੀਗਾ, ਉਹ ਕਹਿੰਦੇ ਜਲੰਧਰ ਇਲੈਕਸ਼ਨ ਕਰਕੇ ਸਾਡੇ ਕੋਲ ਸਪੋਕਸਪਰਸਨ ਹੈ ਨਹੀਂ। ਨਰਵਾਲ ਸਾਹਿਬ, ਆਪ ਬੋਲੋ, ਕੀ ਕਹਿਣਾ ਚਾਹ ਰਹੇ ਹੋ? ਦੇਖੋ ਜੀ, ਇੱਥੇ ਇਹ ਵੀ ਇੱਕ ਗੌਰਤਲਬ ਹੈ ਕਿ ਜਿਹੜੇ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਰਿਟਾਇਰਡ ਇੰਜੀਨੀਅਰ ਨੇ ਰਾਜਵਿੰਦਰ ਸਿੰਘ, ਉਹਨਾਂ ਨੇ ਇਹ ਕਿਹਾ ਆ ਕਿ ਇਹ ਪੋਸੀਬਲ ਹੀ ਨਹੀਂ ਹੈਗਾ ਕਿ ਜਿਹੜੀ ਸੀਵਰੇਜ ਦੀ ਗੈਸ ਹੈ ਉਹ ਬੰਦਿਆਂ ਨੂੰ ਮਾਰ ਸਕੇ। ਸੋ ਉਹਦੇ ਵਿੱਚ ਕੋਈ ਨਾ ਕੋਈ ਕੈਮੀਕਲ ਮਿਕਸ ਕੀਤਾ ਗਿਆ ਜਾਂ ਕੈਮੀਕਲ ਛੱਡਿਆ ਗਿਆ ਹੈ। ਸੋ ਇਹ ਨਰਵਾਲ ਸਾਹਿਬ ਇਹਦੇ ਵਿੱਚ ਇੱਕ ਹੋਰ ਪਹਿਲੂ ਵੀ ਹੈ, ਜਿਹੜੇ ਇਹਦੇ ਜਾਣਕਾਰ ਉਹ ਇਹ ਗੱਲ ਕਹਿੰਦੇ ਆ ਕਿ ਜੇ ਇਹੋ ਜਿਹਾ ਕੋਈ ਇਨਸੀਡੈਂਟ ਹੁੰਦਾ ਵੀ ਹੈ, ਜੇ ਸੀਵਰ ਗੈਸ ਦਾ ਇਕੱਲਾ ਮਸਲਾ ਹੈਗਾ, ਤਾਂ ਫਿਰ ਮੌਕੇ ਤੇ ਡੈਥ ਨਹੀਂ ਹੁੰਦੀਗੀ। ਬਿਲਕੁਲ ਉਹ ਸਾਫ਼ ਕਹਿ ਰਹੇ ਨੇ ਕਿ ਸੀਵਰ ਗੈਸ ਜਿਹੜੀ ਆ ਬੰਦੇ ਨੂੰ ਮਾਰ ਹੀ ਨਹੀਂ ਸਕਦੀ ਮੌਕੇ ਤੇ। ਇਹ ਤਾਂ ਸਿਹਤ ਮੰਤਰੀ ਨੇ ਵੀ ਸਾਫ਼ ਕੀਤਾ ਸੀ ਉੱਥੇ ਜਾ ਕੇ, ਉਹਨਾਂ ਨੇ ਕਿਹਾ ਸੀ ਕਿ ਜਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ। ਪਰ ਜੇ ਇਹੋ ਜੀ ਗੈਸ ਖਤਰਨਾਕ ਹੈ, ਜਿਨ੍ਹਾਂ ਦੀਆਂ ਡੈੱਡ ਬੋਡੀਜ਼ ਹੀ ਹਸਪਤਾਲ ਪਹੁੰਚੀਆਂ ਹੁਣ, ਤਾਂ ਬਹੁਤ ਜ਼ਿਆਦਾ ਸੰਜੀਦਗੀ ਵਾਲਾ ਵਿਸ਼ਾ ਹੈ। ਇਹ ਸਿਹਤ ਮੰਤਰੀ ਨੇ ਵੀ ਕਿਹਾ ਸੀ। ਬੋਡੀਆਂ ਕੱਲੀਆਂ ਪਹੁੰਚੀਆਂ ਨਹੀਂ, ਬੋਡੀਆਂ ਨੀਲੀਆਂ ਪੈ ਚੁੱਕੀਆਂ ਸੀ। ਸੋ 4 ਜਿਹੜੇ ਨਾ ਉਹ ਡੇਂਜਰਸਲੀ ਇਲ ਹੋ ਗਏ ਨੇ, ਬੋਡੀਆਂ ਨੀਲੀਆਂ ਪੈ ਚੁੱਕੀਆਂ। ਸੋ ਇਸ ਵੇਲੇ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਕੇਸ ਨੇ ਕਾਂਡ ਕੀਤਾ ਹੈ, ਕੋਈ ਨਾ ਕੋਈ ਇਹਦੇ ਪਿੱਛੇ ਜ਼ਰੂਰ ਗਤੀਵਿਧੀ ਛੁਪੀ ਹੋਈ ਹੈ, ਕਿਉਂਕਿ ਸਾਰੇ ਪ੍ਰਵਾਸੀ ਮਜ਼ਦੂਰ ਸੀਗੇ। ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਤੁਹਾਨੂੰ ਪਤਾ ਕਿ ਉਹ ਜ਼ਿਆਦਾਤਰ ਬਿਹਾਰ ਯੂਪੀ ਤੋਂ ਆਉਂਦੇ ਨੇ, ਤਾਂ ਉਹਨਾਂ ਵਿਚਾਰਿਆਂ ਦੀ ਜ਼ਿਆਦਾ ਡੈਥ ਹੋਈ। ਹਾਂ, ਪਰਮਵੀਰ ਬੋਲੋ, ਕੀ ਕਹਿਣਾ ਚਾਹ ਰਹੇ ਹੋ?
ਦੇਖੋ ਕੇਪੀ ਜੀ, ਜਿਹੜੀ ਗੱਲ ਤੁਸੀਂ ਵੀ ਕਹੀ ਹੈ ਵੀ ਦੇਖੋ, ਚਾਹੇ ਕਾਰਪੋਰੇਸ਼ਨ ਹੈ, ਚਾਹੇ ਪੋਲਿਊਸ਼ਨ ਕੰਟਰੋਲ ਬੋਰਡ ਹੈ, ਅੱਜ ਹੁਣ ਚੱਲ ਕੀ ਰਿਹਾ ਹੈ? ਕੋਈ ਵੀ ਰਿਸਪੌਂਸਿਬਿਲਟੀ ਆਪਣੇ ਉੱਪਰ ਲੈਣ ਦੇ ਲਈ, ਕਬੂਲਨਾਮਾ ਕਰਨ ਲਈ ਜਾਂ ਉਹਨਾਂ ਦੀ ਇਨਕੁਆਇਰੀ ਕਰਕੇ ਹੋਇਆ, ਇੰਡਸਟਰੀਅਲ ਹੋਇਆ, ਕਿ ਕੋਈ ਨਹੀਂ ਹੈ। ਔਰ ਇਹੀ ਗੱਲ ਅਸੀਂ ਕਹਿ ਰਹੇ ਹਾਂ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਫ੍ਰੀ ਐਂਡ ਫੇਅਰ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਨੂੰ ਇਨਸਾਫ ਮਿਲੇ। ਮੇਰੇ ਤੋਂ ਪਹਿਲਾਂ ਪ੍ਰਵਕਤਾ ਨੇ ਗੱਲ ਕੀਤੀ ਵੀ ਸਵੇਰੇ ਸਾਡੇ ਸੀਐਮ ਸਾਹਿਬ ਟਵੀਟ ਕਰਦੇ ਆ। ਦੇਖੋ, ਸੀਐਮ ਦੀ ਜਿਹੜੀ ਕੁਰਸੀ ਹੈ, ਸੀਐਮ ਦੇ ਕੋਲ ਜਿਹੜੀ ਰਿਪੋਰਟ ਹੁੰਦੀ ਹੈ, ਪੁਖਤਾ ਰਿਪੋਰਟ ਹੁੰਦੀ ਹੈ, ਉਸ ਤੋਂ ਬਾਅਦ ਹੀ ਉਹ ਟਵੀਟ ਕਰਦੇ। ਤੇ ਸ਼ਾਮ ਆਂਦੇ ਆਂਦੇ ਤੱਕ ਜਿਹੜਾ ਇੰਡਸਟਰੀਅਲ ਲੀਕੇਜ ਦਾ ਸੀ, ਉਹਨੂੰ ਸੀਵਰੇਜ ਲੀਕੇਜ ਤੱਕ ਕਿਵੇਂ ਸਰਕਾਰ ਲੈ ਕੇ ਜਾ ਰਹੀ ਹੈ, ਜੋ ਟਵਿਸਟ ਹੋ ਰਿਹਾ। ਤਾਂ ਇਹਦੇ ਤੋਂ ਅਸੀਂ ਸਰਕਾਰ ਨੂੰ ਇਹੀ ਕਵਾਂਗੇ ਵੀ ਤੁਸੀਂ ਜਿਹੜੀ ਇਹ ਇਨਵੈਸਟੀਗੇਸ਼ਨ ਹੈ ਫ੍ਰੀ ਐਂਡ ਫੇਅਰ ਹੋਣੀ ਚਾਹੀਦੀ ਹੈ, ਔਰ ਕਿਸੇ ਨੂੰ ਛੁਪਾਉਣ ਲਈ, ਕਿਸੇ ਨੂੰ ਬਚਾਉਣ ਲਈ ਇਸ ਇਨਵੈਸਟੀਗੇਸ਼ਨ ਨੂੰ ਨਵਾਂ ਬੌਂਡ ਨਾ ਦਿੱਤਾ ਜਾਵੇ। ਜਿਹੜੀਆਂ 11 ਮੌਤਾਂ ਹੋਈਆਂ ਉਹਨਾਂ ਨੂੰ ਇਨਸਾਫ ਸੱਚੇ ਤੇ ਪੂਰਨ ਤੌਰ ਤੇ ਦਿੱਤਾ ਜਾਵੇ ਸਰਕਾਰ ਵੱਲੋਂ। ਪਰਮਵੀਰ, ਐਸਆਈਟੀ ਬਣਾ ਦਿੱਤੀ ਗਈ ਹੈ, ਜੁਡੀਸ਼ੀਅਲ ਇਨਕੁਆਇਰੀ ਦਾ ਜ਼ਿਕਰ ਕੀਤਾ ਗਿਆ, ਸਾਰਾ ਕੁਝ ਤਾਂ ਹੋ ਰਿਹਾ। ਪਰਮਵੀਰ, ਸਾਨੂੰ ਇੰਤਜ਼ਾਰ ਕਰ ਲੈਣਾ ਚਾਹੀਦਾ। ਦੇਖੋ ਕੇਪੀ, ਅੱਜ ਕੱਲ ਜ਼ਮਾਨਾ ਹੈ ਨਾ ਜੀ, ਅੱਜ ਕੱਲ ਜਿਹੜਾ ਜ਼ਮਾਨਾ ਹੈ ਨਾ ਜੀ, ਦੇਖੋ ਉਹਦੇ ਚ ਫੋਰੈਂਸਿਕ ਜਾਂਚ ਵੀ ਉਸੇ ਵੇਲੇ ਲੋੜ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈ। ਔਰ ਇੱਕ ਗੈਸ ਲੀਕ ਦਾ ਮਾਮਲਾ ਹੈ, ਜਿੰਨਾ ਅਸੀਂ ਇਹਦੇ ਵਿੱਚ ਡਿਲੇ ਕਰਾਂਗੇ, ਉਹਦਾ ਸੋਰਸ ਜਿਹੜਾ ਹੈਗਾ ਜਿੱਥੋਂ ਉਹ ਲੀਕੇਜ ਹੋਈ ਹੈ, ਉਹ ਸੋਰਸ ਤਾਂ ਆਟੋਮੈਟਿਕਲੀ ਫੜਿਆ ਨਹੀਂ ਜਾਊਗਾ, ਐਗਜ਼ਿਸਟ ਕਰ ਜਾਊਗਾ। ਤਾਂ ਇਹਦੇ ਵਿੱਚ ਐਸਆਈਟੀ ਬਣਾਉਣ ਨਾਲੋਂ ਸਰਕਾਰ ਨੂੰ ਇਹ ਫੈਸਲਾ ਲੈਣਾ ਚਾਹੀਦਾ ਸੀ ਵੀ ਪ੍ਰੋਪਰ ਫੋਰੈਂਸਿਕ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਆਰਡਰ ਕੀਤਾ ਜਾਂਦਾ, ਤਾਂ ਕਿ ਪਤਾ ਲੱਗਦਾ ਵੀ ਇਹ ਪ੍ਰੋਪਰ ਲੀਕੇਜ ਕਿੱਥੋਂ ਹੋ ਰਹੀ ਹੈ। ਪਹੁੰਚੀਆਂ ਫੋਰੈਂਸਿਕ ਟੀਮਾਂ ਵੀ ਪਹੁੰਚੀਆਂ, ਸਾਰੀਆਂ ਪਹੁੰਚੀਆਂ, ਵਿਜ਼ਲ ਵੀ ਚਲਾ ਰਹੇ ਨਾਲ। ਦੇਖੋ, ਜੋ ਸਵੇਰੇ ਘਟਨਾਕ੍ਰਮ ਹੋਇਆ, ਜਿਹੜੇ ਉੱਥੇ ਔਨ ਸਪੋਟ ਰਿਪੋਰਟਰ ਸੀ, ਉਹਨਾਂ ਨੇ ਵੀ ਦੱਸਿਆ ਵੀ ਅਸੀਂ ਕਿਵੇਂ ਹੈਂਡੀਕੈਪਡ ਸੀ, ਜਿਹੜੇ ਲੋਕ ਬੇਹੋਸ਼ ਹੋ ਕੇ ਪਏ ਹੋਏ ਸੀ, ਸ਼ਾਇਦ ਕੋਈ ਨਾ ਕੋਈ ਬਚਾਇਆ ਜਾ ਸਕਦਾ। ਆਪਣੇ ਨਰਿੰਦਰ ਕੁਮਾਰ ਬੈਠੇ ਵੀ ਔਨ ਸਪੋਟ ਰਿਪੋਰਟਰ ਹੈ, ਇਹਨਾਂ ਨੇ ਵੀ ਸਾਰਾ ਕਵਰ ਕੀਤਾ, ਉੱਥੇ ਦੇਖਿਆ ਸਾਰਾ ਕੁਝ ਕੀ ਕੁਝ ਹੋਇਆ। ਮੈਂ ਇਹਨਾਂ ਦੀ ਗੱਲ ਨੂੰ ਅੱਗੇ ਲੈ ਕੇ ਜਾ ਰਿਹਾ ਵੀ ਅਗਰ ਸਾਡੇ ਕੋਲ ਪ੍ਰੋਪਰ ਕਿੱਟ, ਆਕਸੀਜਨ ਸਿਲੰਡਰ, ਇਕਵਿਪਮੈਂਟਸ ਹੁੰਦੀ ਤਾਂ ਸ਼ਾਇਦ ਕਈਆਂ ਨੂੰ ਬਚਾਇਆ ਵੀ ਜਾ ਸਕਦਾ ਸੀ ਟਾਈਮਲੀ। ਪਰ ਅਸੀਂ ਵੇਟ ਕਰਦੇ ਰਹੇ ਵੀ ਐਨਡੀਆਰਐਫ ਦੀ ਟੀਮਸ ਆਉਣਗੀਆਂ, ਉਹਨਾਂ ਕੋਲ ਪ੍ਰੋਪਰ ਇਕਵਿਪਮੈਂਟਸ ਹੁੰਦੇ ਆ, ਉਹ ਜਿਹੜੇ ਬੇਹੋਸ਼ ਹੋਏ ਬੰਦੇ ਆ, ਜਿਹੜੇ ਅਦਮ ਹੋਏ ਹੋਏ ਸੀ, ਉਹਨਾਂ ਨੂੰ ਲੈ ਕੇ ਜਾਂਦੇ। ਅਗਰ ਸਾਡੇ ਕੋਲ, ਸਰਕਾਰ ਦੇ ਕੋਲ, ਮੈਂ ਇਹ ਗੱਲ ਕਹਿ ਰਿਹਾ, ਸਾਡੀ ਆਪ ਦੀ ਏਜੰਸੀ ਕੋਲ ਅਗਰ ਪ੍ਰੋਪਰ ਇਕਵਿਪਮੈਂਟਸ ਹੁੰਦੀ ਤਾਂ ਕਈਆਂ ਨੂੰ ਬਚਾਇਆ ਵੀ ਜਾ ਸਕਦਾ ਸੀ। ਠੀਕ ਹੈ ਨਰਿੰਦਰ, ਕੀ ਕੈਜੁਅਲਟੀ ਘਟ ਸਕਦੀਆਂ ਸੀ ਜੇ ਮੌਕੇ ਤੇ ਕਦਮ ਚੁੱਕੇ ਹੁੰਦੇ, ਜਾਂ ਇਹੋ ਜਿਹੀ ਸਥਿਤੀ ਹੈ ਨਹੀਂ ਸੀ? ਨਰਿੰਦਰ, ਦੇਖੋ, ਜਦੋਂ ਇਹ ਹੋਇਆ, ਜਦੋਂ ਕਾਂਡ ਹੋਇਆ, ਉਸ ਵਕਤ ਪੀਸੀਆਰ ਦਾ ਇੱਕ ਪੀਸੀਆਰ ਗਸ਼ਤ ਕਰ ਰਹੀ ਸੀਗੀ। ਉਹਨਾਂ ਨੂੰ ਪਤਾ ਲੱਗਿਆ ਕਿ ਕੁਝ ਲੋਕ ਜਿਹੜੇ ਨੇ ਸੜਕਾਂ ਤੇ ਗਿਰੇ ਹੋਏ ਨੇ, ਉਹਨਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ 'ਚ ਇੱਕ ਮੁਲਾਜ਼ਮ ਜਿਹੜਾ ਪੀਸੀਆਰ ਦਾ, ਉਹ ਵੀ ਬੇਹੋਸ਼ ਹੋ ਗਿਆ, ਉਸ ਨੂੰ ਤੁਰੰਤ ਜਿਹੜਾ ਵਾ ਹਸਪਤਾਲ ਪਹੁੰਚਾਇਆ ਗਿਆ। ਉਸ ਤੋਂ ਬਾਅਦ ਤੁਰੰਤ ਜਿਹੜੀ ਆ ਫਾਇਰ ਬ੍ਰਿਗੇਡ ਤੇ ਕਾਲ ਕੀਤੀ ਜਾਂਦੀ ਆ, ਫਾਇਰ ਬ੍ਰਿਗੇਡ ਦੀ ਗੱਡੀਆਂ ਮੌਕੇ ਤੇ ਪਹੁੰਚ ਜਾਂਦੀਆਂ ਨੇ, ਤੁਰੰਤ ਨਾਲ ਹੀ ਜਿਹੜੀ ਐਨਡੀਆਰਐਫ ਨੂੰ ਕਾਲ ਕਰ ਦਿੱਤੀ ਜਾਂਦੀ, ਕਿਉਂਕਿ ਵੱਡਾ ਐਕਸ਼ਨ ਸੀ, ਪਤਾ ਲੱਗ ਗਿਆ ਸੀ ਕਿ ਗੈਸ ਲੀਕੇਜ ਹੋਈ ਆ। ਜੇ ਮੁਲਾਜ਼ਮ ਬੇਹੋਸ਼ ਹੋ ਸਕਦਾ ਤੇ ਆਮ ਲੋਕ ਕਿਤੇ ਵੱਡੀ ਤਾਦਾਦ 'ਚ ਬੇਹੋਸ਼ ਹੋ ਸਕਦੇ ਨੇ ਅਗਰ ਮਦਦ ਕੀਤੀ ਜਾਵੇ। ਤੁਰੰਤ ਐਨਡੀਆਰਐਫ ਦੀ ਟੀਮ ਮੌਕੇ ਤੇ ਪਹੁੰਚੀ, ਜਿਹੜੀ ਲਾਟੋਵਾਲ ਤੋਂ। ਉਸ ਤੋਂ ਬਾਅਦ ਉਹਨਾਂ ਨੇ ਆਕਸੀਜਨ ਸਿਲੰਡਰ ਲਾ ਕੇ ਜਿਹੜੀ ਅੰਦਰ ਘਰ ਦੇ ਵਿੱਚ 7 ਲੋਕਾਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ ਚੋਂ 5 ਲੋਕਾਂ ਦੀ ਮੌਤ ਜਿਹੜੀ ਹੋ ਚੁੱਕੀ ਸੀਗੀ। ਹਾਂ, ਬੋਲੋ ਲੋਕੇਸ਼ ਜੀ, ਲਾਸਟ ਕਮੈਂਟ ਪਲੀਜ਼। ਏਪੀ ਜੀ, ਮੈਂ ਨਰਿੰਦਰ ਜੀ ਦੀ ਗੱਲ ਸੁਣ ਰਿਹਾ ਸੀਗਾ, ਪਰ ਇਹ ਤਾਂ ਸਰਕਾਰ ਦਾ ਕੋਈ ਪ੍ਰਵਕਤਾ ਨਾ ਹੁੰਦੇ ਹੋਏ ਵੀ ਉਹਨਾਂ ਨੂੰ ਕਲੀਨ ਚਿੱਟ ਦੇਈ ਜਾ ਰਹੇ ਨੇ ਕਿ ਫਟਾਫਟ ਸਾਰਾ ਕੰਮ ਹੋ ਗਿਆ। ਦੇਖੋ, ਜੇ ਸੀਐਮ ਸਾਹਿਬ ਨੇ ਕੋਈ ਟਵੀਟ ਕੀਤਾ ਤਾਂ ਨਰਿੰਦਰ ਜੀ, ਕੋਈ ਸੀਐਮ ਕੋਈ ਬੱਚਾ ਤਾਂ ਹੈ ਨਹੀਂ, ਸਾਰੇ ਫੈਕਟਸ ਦੇ ਨਾਲ ਹੀ ਉਹਨਾਂ ਨੇ ਟਵੀਟ ਕੀਤਾ ਨਾ। ਉਹਨਾਂ ਨੇ ਤਾਂ, ਨਰਿੰਦਰ ਨੇ ਤਾਂ ਇਹ ਗੱਲ ਕਹੀ ਹੈ ਲੋਕੇਸ਼ ਨਾਲ ਜੀ ਵੀ ਜਲਦਬਾਜ਼ੀ 'ਚ ਕੀਤਾ ਗਿਆ ਟਵੀਟ ਲੱਗਦਾ ਪਿਆ ਉਹਨਾਂ ਨੂੰ, ਤੁਹਾਨੂੰ ਨਹੀਂ ਲੱਗਦਾ? ਦੇਖੋ ਕੇਪੀ ਜੀ, ਐ ਨਹੀਂ ਹੁੰਦਾ। ਜੇ ਨਰਿੰਦਰ ਜੀ ਜਰਨਲਿਸਟ ਨੇ, ਉਹਨਾਂ ਨੂੰ ਮਤਲਬ ਆਪਾਂ ਭਗਵੰਤ ਮਾਨ ਸਾਹਿਬ ਨੂੰ, ਉਹਨਾਂ ਦਾ ਪ੍ਰਵਕਤਾ ਤਾਂ ਆ ਕੇ ਗੱਲ ਕਵੇ ਕਿ ਉਹਨਾਂ ਨੂੰ ਭੁਲੇਖਾ ਲੱਗ ਗਿਆ ਸੀਗਾ, ਜਲਦਬਾਜ਼ੀ 'ਚ ਕਰ ਦਿੱਤਾ। ਪਰ ਕਿਤੇ ਨਾ ਕਿਤੇ ਜਿਹੜੇ ਤੁਹਾਡੇ ਰਿਪੋਰਟਰ ਬੈਠੇ ਨੇ, ਵਿਦ ਡਿਊ ਰਿਸਪੈਕਟ ਟੂ ਹਿਮ, ਮੈਂ ਕਹਿ ਰਿਹਾ ਕਿਤੇ ਨਾ ਕਿਤੇ ਆਪਾਂ ਇਹ ਮੰਨਣਾ ਪਊਗਾ ਕਿ ਸਰਕਾਰ ਦੀ ਇਹ 'ਚ ਨਾਕਾਮੀਆਂ ਵੀ ਨੇ। ਤੁਹਾਨੂੰ ਇੰਡਸਟਰੀ ਲੀਕੇਜ ਹੀ ਲੱਗਦੀ ਹੈ ਨਾਰੰਗ ਸਾਹਿਬ? ਮੈਂ ਕਹਿ ਰਿਹਾ ਕੇਪੀ ਜੀ, ਕੁਝ ਵੀ ਹੈ, ਪਰ ਆਪਾਂ ਇਹ ਨਾ ਦਈਏ ਕਿ ਉਹ ਫਟਾਫਟ ਸਾਰਾ ਕੁਝ ਹੋ ਗਿਆ। ਇਹ ਤਾਂ ਆਪਾਂ ਨੂੰ ਮੰਨਣਾ ਪਊਗਾ ਨਾ ਕਿ ਸਰਕਾਰ ਕੋ ਫੌਰੀ ਤੌਰ ਤੇ ਕੋਈ ਇੰਤਜ਼ਾਮ ਨਹੀਂ ਆ। ਨਹੀਂ, ਸਾਡੇ ਰਿਪੋਰਟਰ ਨੇ ਤਾਂ ਦੱਸਿਆ ਨਾਰੰਗ ਸਾਹਿਬ ਕਿ ਉਹ ਸਾਡੇ ਕੋਲ ਇਕਵਿਪਮੈਂਟ ਹੀ ਹੈ ਨਹੀਂ ਸੀ, ਲਾਪਰਵਾਹੀ ਹੈ ਸਾਡੇ ਵਾਲੇ ਪਾਸਿਓਂ ਵੀ, ਉਹ ਤਾਂ ਦੱਸੀ ਜਾਂਦੇ ਆ। ਸਰ, ਮੈਂ ਕਹਿ ਰਿਹਾ ਆਪਣਾ ਕੇਪੀ ਜੀ, ਉਹ ਤਾਂ ਇਹ ਕਹਿ ਰਹੇ ਨੇ ਕਿ ਉਹ ਪੀਸੀਆਰ ਵਾਲੇ ਆ ਗਏ, ਉਹ ਫਟਾਫਟ ਉਹਨਾਂ ਨੂੰ ਬੁਲਾ ਲਿਆ, ਫਟਾਫਟ ਐਨਡੀਆਰਐਫ ਦੀ ਟੀਮ ਆ ਗਈ। ਜੇ ਫਟਾਫਟ ਸਾਰਾ ਕੁਝ ਇੰਨੀ ਛੇਤੀ ਹੋ ਗਿਆ ਤਾਂ ਫਿਰ ਲੋਕਾਂ ਦੀ ਜਾਨ ਕਿਉਂ ਨਹੀਂ ਬਚਾਈ ਜਾ ਸਕੀ? ਜਿਹੜੇ ਬੇਹੋਸ਼ ਸੀਗੇ। ਨਰਿੰਦਰ, ਕਲੈਰੀਫਾਈ ਕਰਨਾ ਚਾਹੁੰਦੇ ਹੋ ਨਾਰੰਗ ਸਾਹਿਬ ਜਿਹੜੀ ਗੱਲ ਕਹਿ ਰਹੇ ਆ? ਮੈਂ ਇਹੀ ਕਹਿ ਰਿਹਾ ਜੀ ਕਿ ਜਿਹੜੀਆਂ ਟੀਮਾਂ ਸੀਗੀਆਂ ਮੌਕੇ ਤੇ, ਉਹ ਉੱਥੇ ਤੱਕ ਪਹੁੰਚਣਾ ਮੁਸ਼ਕਲ ਸੀਗਾ, ਕਿਉਂਕਿ
ਸਾਹ ਲੈਣ ਦੀ ਦਿੱਕਤ ਸੀਗੀ, ਅਸੀਂ ਵੀ ਉੱਥੇ ਸੀਗੇ, ਥੋੜੀ ਦੂਰੀ ਤੋਂ ਵੀ ਸਾਹ ਲੈਣ ਦੀ ਦਿੱਕਤ ਹੋ ਰਹੀ ਸੀਗੀ। ਜਦੋਂ ਐਨਡੀਆਰਐਫ ਦੀ ਟੀਮ ਆਈ, ਲੋਕ ਬੇਸੁੱਧ ਸੀਗੇ। 7 ਲੋਕਾਂ ਨੂੰ ਉਹਨਾਂ ਨੇ ਹਸਪੀਟਲ ਪਹੁੰਚਾਇਆ ਵਾ, ਐਂਬੂਲੈਂਸ ਦੇ ਜਰੀਏ ਹਸਪੀਟਲ ਪਹੁੰਚਾਇਆ, ਜਿਨ੍ਹਾਂ ਚੋਂ 5 ਦੀ ਜਿਹੜੀ ਆ ਮੌਤ ਹੋ ਚੁੱਕੀ ਸੀ। 2 ਲੋਕ ਜਿਹੜੇ ਨੇ ਹਲਕਾ ਸਾਹ ਲੈ ਰਹੇ ਸੀ, ਜਿਨ੍ਹਾਂ ਦਾ ਅੱਜ ਵੀ ਟ੍ਰੀਟਮੈਂਟ ਜਿਹੜਾ ਹਸਪਤਾਲ ਦੇ ਵਿੱਚ ਚੱਲ ਰਿਹਾ ਵਾ। ਲੋਕੇਸ਼ ਜੀ, ਹੁਣ ਸੈਟੀਸਫਾਈਡ ਹੋ ਤੁਸੀਂ ਜਵਾਬ ਦੇ ਨਾਲ? ਦੇਖੋ ਕੇਪੀ ਜੀ, ਮੈਂ ਫਿਰ ਉਹੀ ਗੱਲ ਕਹਿ ਰਿਹਾ ਕਿ ਜਿਹੜੀ ਇਹਨਾਂ ਨੇ ਪਹਿਲਾਂ ਗੱਲ ਕਹੀ ਹੈ ਕਿ ਭਗਵੰਤ ਮਾਨ ਸਾਹਿਬ ਨੇ ਜਲਦੀ ਚ ਟਵੀਟ ਕਰਤਾ, ਮੈਂ ਉਸ ਨਾਲ ਸਹਿਮਤ ਨਹੀਂ ਆ। ਤੇ ਬਾਕੀ ਪ੍ਰਵਕਤਾ ਸਾਥੀ ਸਹਿਮਤ ਹੋ ਸਕਦੇ ਨੇ, ਪਰ ਆਪਾਂ ਨੂੰ ਇਹ ਕਹਿਣਾ ਚਾਹੀਦਾ ਬਤੌਰ ਰਿਪੋਰਟਰ ਕਿ ਭਗਵੰਤ ਮਾਨ ਸਾਹਿਬ ਨੇ ਬਿਨਾਂ ਸੋਚੇ ਸਮਝੇ। ਪ੍ਰਸ਼ਾਸਨ, ਮੈਂ ਇਹ ਕਹਿ ਰਿਹਾ ਕਿ ਪ੍ਰਸ਼ਾਸਨ ਦੀ ਜਿਹੜੀ ਸਟੇਟਮੈਂਟ ਸੀ ਉਹ ਬਾਅਦ ਚ ਲੱਗ ਹੋ ਗਈ ਆ, ਕਿ ਉਹ ਕਹਿ ਰਹੇ ਸੀ ਕਿ ਫੈਕਟਰੀ ਤੋਂ ਕੇਪੀ ਸਾਹਿਬ चलो हाँ 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 लोकेश जी, नरेंद्र ने अपना क्लैरिफिकेशन देती है, बोलो। ਬਿਲਕੁਲ ਲੋਕੇਸ਼ ਜੀ ਬਿਲਕੁਲ ਗੱਲ ਸਹੀ ਕਹਿ ਰਹੇ ਨੇ। ਸੀਐਮ ਦਾ ਅਹੁਦਾ ਕੋਈ ਛੋਟਾ ਅਹੁਦਾ ਨਹੀਂ ਹੈ, ਸਟੇਟ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਸਟੇਟ ਦੇ ਇਸ ਟਾਈਮ ਦੇ ਉੱਤੇ ਮੁਖੀ ਨੇ। ਸੋ ਉਹਨਾਂ ਦਾ ਜਿਹੜਾ ਇੱਕ ਟਵੀਟ ਆ ਉਹ ਬਹੁਤ ਵੱਡੇ ਮਾਇਨੇ ਰਖਾਉਂਦਾ ਹੈ ਕਿ ਟਵੀਟ ਕਰ ਦੇਣਾ, ਜਲਦਬਾਜ਼ੀ ਦੇ ਵਿੱਚ ਟਵੀਟ ਨਹੀਂ ਜੇ ਕੀਤੇ ਜਾਂਦੇ। ਬਾਕੀ ਜਦੋਂ ਕੇਜਰੀਵਾਲ ਸਾਹਿਬ ਨੂੰ ਸੀਬੀਆਈ ਸੱਦਦੀ ਹੈ ਦਿੱਲੀ ਦੇ ਵਿੱਚ, ਤਾਂ ਸਾਡੇ ਸੀਐਮ ਸਾਹਿਬ ਉੱਥੇ ਬਾਹਰ ਧੁੱਪੇ ਬਹਿਣ ਨੂੰ ਪਹੁੰਚ ਜਾਂਦੇ ਨੇ। ਤੇ ਅੱਜ ਇਹ 11 ਬੰਦਿਆਂ ਦੀ ਉਹਨਾਂ ਦੀ ਸਟੇਟ ਦੇ ਵਿੱਚ ਡੈਥ ਹੋਈ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਇਕੱਲੇ ਸਿਹਤ ਮੰਤਰੀ ਦਾ ਉੱਥੇ ਆਉਣਾ ਹੀ ਇੱਕ ਜ਼ਰੂਰੀ ਸੀਗਾ। ਅੱਜ ਸਗੋਂ ਉਹਨਾਂ ਦੇ ਸੰਸਕਾਰਾਂ ਦੇ ਉੱਤੇ ਸੀਐਮ ਦਾ ਪਹੁੰਚਣਾ ਜ਼ਰੂਰੀ ਸੀਗਾ, ਕਿਉਂਕਿ ਲੋਕਾਂ ਨੂੰ ਥੋੜੀ ਵਾਲੀ ਹਮਦਰਦੀ ਹੁੰਦੀ। ਨਰਵਾਲ ਸਾਹਿਬ, ਇਹ ਪੋਲੀਟੀਕਲ ਸਟੇਟਮੈਂਟ ਨਹੀਂ ਤੁਹਾਡੀ ਸਿਰਫ? ਨਹੀਂ, ਕੱਲੀ ਪੋਲੀਟੀਕਲ ਸਟੇਟਮੈਂਟ ਕਿੱਦਾਂ ਹੋ ਸਕਦੀ ਹੈ? ਲੋਕਾਂ ਨੇ 92 ਵਿਧਾਇਕ ਦਿੱਤੇ ਨੇ, ਕਿਸ ਕੰਮ ਲਈ ਦਿੱਤੇ ਨੇ? ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਆਉਣ ਲਈ ਦਿੱਤੇ ਨੇ। ਸੀਐਮ ਬਣਵਾਇਆ ਕਿਸ ਕੰਮ ਲਈ ਬਣਾਇਆ? ਲੋਕਾਂ ਦੇ ਲਈ ਬਣਾਇਆ, ਨਾ ਕਿ ਦਿੱਲੀ ਜਾ ਕੇ ਬਹਿਣ ਦੇ ਲਈ ਸੀਬੀਆਈ ਦਫ਼ਤਰ ਦੇ ਬਾਹਰ, ਜਾਂ ਸਾਰੀ ਕੈਬਨਿਟ ਉੱਥੇ ਲਿਜਾ ਕੇ ਬਿਠਾਉਣ ਦੇ ਲਈ ਬਣਾਇਆ ਹੋਇਆ। ਸੋ ਪੰਜਾਬ ਦੇ ਵਿੱਚ ਜਿਹੜੀ ਘਟਨਾ ਹੋਈ ਹੈ, ਇਹ ਸੀਐਮ ਦਾ ਫਰਜ਼ ਬਣਦਾ ਸੀ ਕਿ ਉੱਥੇ ਜਿਹੜੀ ਪਹਿਲਾਂ ਤਾਂ ਟਵੀਟ ਕੀਤਾ, ਉਹ ਟਵੀਟ ਜੇ ਜ਼ਿੰਮੇਵਾਰੀ ਨਾਲ ਨਹੀਂ ਕੀਤਾ ਤਾਂ ਉਸ ਚੀਜ਼ ਦੀ ਜਿਹੜੀ ਹੈ ਕਿ ਇਹਨਾਂ ਨੂੰ ਜਨਤਕ ਤੌਰ ਤੇ ਆ ਕੇ ਮਾਫੀ ਮੰਗਣੀ ਚਾਹੀਦੀ, ਤਾਂ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ। ਦੂਸਰੀ ਗੱਲ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਇਤਾ ਹੋਣਾ ਚਾਹੀਦਾ। ਤੇ 2 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਇੱਕ ਬੰਦੇ ਦੇ ਲਈ ਕਾਫੀ ਨਹੀਂ ਹੈ, ਉਹਦੇ ਜ਼ਿੰਦਗੀ ਦਾ ਗੁਜ਼ਾਰਾ 2 ਲੱਖ ਰੁਪਏ ਨਾਲ ਨਹੀਂ ਹੋਣਾ। ਠੀਕ ਹੈ ਨਰਿੰਦਰ, ਲਾਸਟ ਸਟੇਟਮੈਂਟ ਤੁਹਾਡੀ ਚਾਹੀਦੀ ਹੈ। ਜਿਹੜੇ ਉੱਥੇ ਪਰਿਵਾਰ ਹੈ ਜਿਹੜੇ ਇੱਕ ਮਿੰਟ, ਜਿਹੜੇ ਮੇਰਾ ਇਹੀ ਕਹਿਣਾ ਕਿ ਅਗਰ ਉਸ ਫੈਕਟਰੀ, ਅਗਰ ਕਹਿ ਰਹੇ ਨੇ ਸੀਐਮ ਸਾਹਿਬ ਕਹਿ ਰਹੇ ਨੇ ਕਿ ਫੈਕਟਰੀ ਦੇ ਵਿੱਚੋਂ ਇਹ ਜਿਹੜਾ ਵਾ ਗੈਸ ਲੀਕੇਜ ਹੋਈ ਆ, ਫਿਰ ਉਹ 304 ਦਾ ਪਰਚਾ ਅਨਨੋਨ ਕਿਉਂ ਕੀਤਾ ਗਿਆ ਵਾ? ਨਾਰਾਇਣ ਸਾਹਿਬ, ਦੋ ਜਵਾਬ। ਕੇਪੀ ਜੀ, ਮੈਂ ਵੀ ਤਾਂ ਇਹਨਾਂ ਨੂੰ ਉਹੀ ਕਹਿ ਰਿਹਾ ਨਾ ਕਿ ਵੀ ਸੀਐਮ ਸਾਹਿਬ ਬਿਨਾਂ ਸੋਚੇ ਸਮਝੇ ਟਵੀਟ ਕਰ ਦਿੰਦੇ ਨੇ, ਔਰ ਆਪਾਂ ਇਹ ਨਾ ਕਹੀਏ ਕਿ ਉਹਨਾਂ ਨੇ ਗਲਤੀ ਨਾ ਕਰ ਦਿੱਤਾ ਹੋਊਗਾ। ਸੀਐਮ ਸਾਹਿਬ ਬੜਾ ਇਹਦੇ ਚ ਕਲੇਵਰਲੀ ਐਕਟ ਕਰ ਰਹੇ ਨੇ। ਉਹਨਾਂ ਨੇ ਪਹਿਲਾਂ ਕੁਝ ਹੋਰ ਕਿਹਾ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕੁਝ ਉਹਨਾਂ ਦੇ ਆਪਣੇ ਤੇ ਸ਼ਾਮਲ ਹੋ ਸਕਦੇ ਨੇ, ਫਿਰ ਟਵਿਸਟ ਕਰ ਦਿੱਤਾ ਗਿਆ। ਠੀਕ ਹੈ ਪਰਮਵੀਰ, ਲਾਸਟ ਸਟੇਟਮੈਂਟ ਫਟਾਫਟ ਬੋਲਿਓ ਪਲੀਜ਼। ਦੇਖੋ, ਮੈਂ ਜਿਹੜੇ ਬਾਕੀ ਪ੍ਰਵਕਤਾ ਉਹੀ ਗੱਲ ਮੈਂ ਕਹਿਣਾ ਵੀ ਜੇ ਸੀਐਮ ਸਾਹਿਬ ਦੇ ਕੋਲ ਕੋਈ ਪੁਖਤਾ ਸਬੂਤ ਸੀ ਜਾਂ ਪੁਖਤਾ ਨੌਲੇਜ ਸੀ ਤਾਂ ਹੀ ਉਹਨਾਂ ਨੇ ਟਵੀਟ ਕੀਤਾ। ਦੇਖੋ, ਇੱਕ ਮਾਨ ਮਰਿਆਦਾ ਹੁੰਦੀ ਹੈ ਸੀਐਮ ਦੇ ਅਹੁਦੇ ਦੀ, ਔਰ ਅੱਜ ਜੋ ਘਟਨਾਕ੍ਰਮ ਪਹਿਲਾਂ ਸੀਐਮ ਕਹਿੰਦੇ ਆ ਵੀ ਇੰਡਸਟਰੀਅਲ ਲੀਕੇਜ, ਔਰ ਉਸ ਤੋਂ ਬਾਅਦ ਸਰਕਾਰ ਇੱਕੋਦਮ ਯੂ ਟਰਨ ਜਾਂ ਟਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੇਸ ਨੂੰ ਸੀਵਰੇਜ ਲੀਕੇਜ ਦੇ ਨਾਲ। ਤੇ ਅਸੀਂ ਉਹੀ ਕਹਿ ਰਹੇ ਹਾਂ ਵੀ ਜਿਹੜੀ ਪੁਖਤਾ ਕਾਰਵਾਈ ਆ ਉਹ ਕੀਤੀ ਜਾਵੇ। ਇਸ ਵੀ ਚੀਜ਼ ਨੂੰ ਦਬਾਉਣ ਦੀ ਜਾਂ ਯੂ ਟਰਨ ਕਰਨ ਦੀ ਜਾਂ ਕਿਸੇ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਸਰਕਾਰ ਵੱਲੋਂ ਨਾ ਕੀਤੀ ਜਾਵੇ। ਚਲੋ, ਬਹੁਤ ਧੰਨਵਾਦ ਜਸਪ੍ਰੀਤ ਸਿੰਘ ਨਰਵਾਲ ਤੁਹਾਡਾ, ਪਰਮਵੀਰ ਸਿੰਘ ਤੁਹਾਡਾ, ਲੋਕੇਸ਼ ਨਾਰਾ ਤੁਹਾਡਾ ਬਹੁਤ ਧੰਨਵਾਦ, ਨਰਿੰਦਰ ਕੁਮਾਰ ਤੁਹਾਡਾ ਬਹੁਤ ਧੰਨਵਾਦ। ਆਮ ਆਦਮੀ ਪਾਰਟੀ ਸਪੋਕਸਪਰਸਨ ਆਏ ਨਹੀਂ, ਜੇ ਉਹ ਆ ਜਾਂਦੇ ਉਹਨਾਂ ਦਾ ਵੀ ਇਹੀ ਧੰਨਵਾਦ ਕਰਦੇ, ਨਾਲ ਸਵਾਗਤ ਵੀ ਕਰਦੇ। ਪਰ ਸਭ ਕੁਝ ਜਾਂਚ ਦੇ ਵਿੱਚੋਂ ਪਤਾ ਲੱਗੇਗਾ, ਜਾਂਚ ਕਿੱਥੋਂ ਤੱਕ ਪਹੁੰਚਦੀ ਹੈ। ਜੇ ਅੱਜ ਆਪਾਂ ਇਹ ਕਹੀਏ ਕਿ ਕਿਸੇ ਨੂੰ ਬਚਾਇਆ ਜਾ ਰਿਹਾ ਜਾਂ ਕਿਸੇ ਨੂੰ ਫੜਿਆ ਨਹੀਂ ਜਾ ਰਿਹਾ, ਤਾਂ ਸ਼ਾਇਦ ਇਹ ਅਰਲੀ ਸਟੇਟਮੈਂਟ ਹੈ, ਸਾਨੂੰ ਇੰਤਜ਼ਾਰ ਕਰਨਾ ਚਾਹੀਦਾ। ਪਰ ਜਿਹੜੇ ਸਵਾਲ ਹੈਗੇ ਉਹਨਾਂ ਦੇ ਜਵਾਬ ਤਾਂ ਦੇਣੇ ਪੈਣੇ ਆ। ਬਹੁਤ ਧੰਨਵਾਦ।